ਅੱਜ ਆਪਾਂ ਜਿਹੜੇ ਹੈਗੇ ਨਵਾਂ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਲੈ ਰਹੇ ਹਾਂ। ਪਹਿਲਾਂ ਆਪਾਂ ਨੇ ਸਾਰੰਗ ਰਾਗ ਲਿਆ ਸੀਗਾ, ਹੁਣ ਮਲਹਾਰ ਰਾਗ ਉਸ ਤੋਂ ਅੱਗੇ 1292 ਅੰਗ ਦੇ ਉੱਤੇ 1292। ਇਹਦੇ ਵਿੱਚ ਨਾਮਦੇਵ ਜੀ ਦੀ ਬਾਣੀ ਲੈ ਰਹੇ ਹਾਂ। ਪਹਿਲਾ ਹੀ ਸ਼ਬਦ ਨਾਮਦੇਵ ਜੀ ਦਾ ਹੈ ਰਾਗ ਦੇ ਵਿੱਚ। ਮਲਹਾਰ ਮੁਕੋ ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ ਰਾਮਈਆ ਰਹਾਓ। ਨਹੀਂ, ਇਹ ਨਹੀਂ, ਇਸ ਤੋਂ ਪਹਿਲਾਂ ਲੈਣਾ ਸੀਗਾ ਜੀ, ਮਾफ़ ਕਰਨਾ। ਉਹ ਹੈਗਾ ਰਾਗ ਮਲਹਾਰ ਬਾਣੀ ਭਗਤ ਨਾਮਦੇव जी को की एक ओंकार सतगुर प्रसाद। सेविले गोपाल राय अकुल निरंजन, भगत दान दीजै जाचै संत जन। सेविले गोपाल राय अकुल निरंजन, ਕਹਿੰਦੇ ਸਿਮਰਨ ਸੇਵੀਲੇ ਗੋਪਾਲ ਰਾਏ, ਕਹਿੰਦੇ ਉਸ ਮਾਲਕ ਪਰਮਾਤਮਾ ਦਾ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈਗਾ, ਗੋਪਾਲ ਸਾਰੀ ਦੁਨੀਆ ਨੂੰ ਪਾਲਣ ਵਾਲਾ ਆ, ਰਾਏ ਮਾਲਕ, ਅਕੁਲ ਜਿਹੜਾ ਜਿਹਦਾ ਕੋਈ ਕੁਲ ਨਹੀਂ ਹੈਗਾ, ਨਿਰੰਜਨ ਜਿਹੜਾ ਮਾਇਆ ਜਿਹਨੂੰ ਟੱਚ ਵੀ ਨਹੀਂ ਕਰ ਸਕਦੀ, ਮਾਇਆ ਉਹਨੇ ਮਾਲਕ ਨੇ ਬਣਾਈ ਹੈ, ਔਰ ਸਾਰਿਆਂ ਦੀ ਜਿਹੜੀ ਹੈਗੀ ਆ, ਸਾਰਿਆਂ ਨੂੰ ਪਵਿੱਤਰ ਕਰਨ ਵਾਲਾ ਆ ਉਹ ਮਾਲਕ ਪਰਮਾਤਮਾ। ਭਗਤ ਦਾਨ ਦੀਜੈ ਜਾਚੈ ਸੰਤ ਜਨ, ਜਿਨ੍ਹਾਂ ਨੂੰ ਭਗਤਾਂ ਨੂੰ ਕੀ ਕਰਦਾ ਹੈ, ਸੰਤ ਜਨਾਂ ਨੂੰ ਕੀ ਕਰਦਾ ਹੈ ਮਾਲਕ ਪਰਮਾਤਮਾ? ਭਗਤ ਦਾਨ ਦੀਜੈ, ਭਗਤੀ ਦਾ ਦਾਨ ਦਿੰਦਾ ਹੈ। ਸੰਤ ਜਨ ਜਾਚਨਾ ਕਰਦੇ ਆ ਤੇ ਮਾਲਕ ਪਰਮਾਤਮਾ ਭਗਤੀ ਦਾ ਦਾਨ ਦਿੰਦਾ ਹੈ। ਉਹ ਮਾਲਕ ਪਰਮਾਤਮਾ ਉਹਦੀ ਸੇਵਾ। ਸੇਵੀਲੇ ਗੋਪਾਲ ਰਾਏ ਅਕੁਲ, ਉਹਦਾ ਕੋਈ ਖੁੱਲ ਨਹੀਂ ਹੈ, ਸਾਰੇ ਹੀ ਜੀਵ ਉਹਦੇ ਬਣਾਏ ਹੋਏ ਆ ਮਾਲਕ ਪਰਮਾਤਮਾ ਦੇ। ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ, ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਓ। ਹੁਣ ਉਹ ਮਾਲਕ ਪਰਮਾਤਮਾ ਦੇ ਬਾਰੇ ਜਿਹੜਾ ਹੈਗਾ, ਉਹਦੀ ਸ੍ਰਿਸ਼ਟੀ ਦੇ ਬਾਰੇ, ਮਾਲਕ ਪਰਮਾਤਮਾ ਕਿੰਨਾ ਵੱਡਾ ਹੈ, ਇਹਦੇ ਬਾਰੇ ਭਗਤ ਜੀ ਦੇਖੋ ਕਿਸ ਤਰ੍ਹਾਂ ਆਪਾਂ ਨੂੰ ਗਿਆਨ ਦੇ ਰਹੇ। ਰਹਾਓ ਜਾਂਚੇ ਕਰੇ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ, ਚਿੱਤਰਸਾਲਾ ਸਪਤ ਲੋਕ ਸਾਮਾਨ ਪੂਰੀ ਹਲੇ। ਜਾਂਚੇ ਕਰੇ, ਜਿਹਦੇ ਘਰ ਦੇ ਵਿੱਚ ਦਿਗ ਦਿਸੈ, ਦਿਸਦਾ ਹੈ ਚਾਰੋਂ ਪਾਸੇ, ਦਿਗ ਦਿਸੈ ਚਾਰੋਂ ਪਾਸੇ ਦਿਸਦਾ ਹੈ ਕਿ ਸਰਾਇਚਾ ਉਹਦਾ ਸ਼ਾਮਿਆਨਾ, ਬੈਕੁੰਠ ਭਵਨ ਉਸ ਮਾਲਕ ਪਰਮਾਤਮਾ ਇਹਦੇ ਵਿੱਚ ਹੈਗਾ, ਸ਼ਾਮਿਆਨੇ ਦੇ ਉਹ ਮਾਲਕ ਪਰਮਾਤਮਾ। ਇਹ ਬੈਕੁੰਠ ਹੈ ਮਾਲਕ ਪਰਮਾਤਮਾ, ਇੱਥੇ ਜੀਵਾਂ ਦੇ ਅੰਦਰ ਬਾਹਰ ਹਰ ਜਗ੍ਹਾ ਤੇ ਮਾਲਕ ਵਸਦਾ ਹੈ, ਮਾਲਕ ਦੇ ਵਿੱਚ ਹੀ ਗੇਮ ਆ, ਆਹੀ ਬੈਕੁੰਠ ਹੈਗਾ। ਜਾਂਚੇ ਕਰੇ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿੱਤਰਸਾਲਾ, ਇਹ ਮਾਲਕ ਪਰਮਾਤਮਾ ਦੀ ਸੋਹਣੀ ਚਿੱਤਰਸ਼ਾਲਾ ਹੈਗੀ। ਇਹ ਮਾਲਕ ਪਰਮਾਤਮਾ ਦੀ, ਪਰਮਾਤਮਾ ਨੇ ਚਿੱਤਰ ਬਣਾਇਆ ਹੋਇਆ ਹੈ। ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਉਹ ਮਾਲਕ ਪਰਮਾਤਮਾ ਦੀ ਚਿੱਤਰਸ਼ਾਲਾ ਹੈਗੀ, ਲਾਈਵ ਜੀਵਿਤ ਪੇਂਟਿੰਗ ਹੈਗੀ ਮਾਲਕ ਦੀ। ਜਾਂਚੇ ਕਰੇ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿੱਤਰਸ਼ਾਲਾ, ਸਪਤ ਲੋਕ ਸਾਮਾਨ ਪੂਰੀ ਹਲੇ। ਇਹ ਮੁਸਲਮਾਨ ਜਿਹੜੇ ਕਹਿੰਦੇ 7 ਲੋਕ ਹੈਗੇ, ਕਹਿੰਦੇ ਸਾਰੇ ਲੋਕ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਹਰੇਕ ਜਗ੍ਹਾ 'ਤੇ ਸਮਾਨ ਰੂਪ ਦੇ ਵਿੱਚ ਹੈਗਾ, ਪੂਰੀ ਵਾਲੇ ਪੂਰਾ, ਪੂਰੀ ਤਰ੍ਹਾਂ ਪੂਰਨ ਰੂਪ ਦੇ ਵਿੱਚ ਹਰੇਕ ਲੋਕ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਜਾਂਚੇ ਕਰੇ ਲక్ష్ਮੀ ਕੁਆਰੀ, ਕੁਆਰੀ ਕਹਿੰਦੇ ਆ, ਮਾਫ਼ ਕਰਨਾ ਜੀ ਅੱਜ ਤੱਕ ਗਲਾ ਹੀ ਨਹੀਂ ਕੰਮ ਕਰ ਰਿਹਾ, 1 ਸੈਕਿੰਡ। ਜਾਂਚੇ ਘਰੇ ਲక్ష్ਮੀ ਕੁਆਰੀ, ਹਮੇਸ਼ਾ ਹੀ ਜਿਹੜੀ ਹੈ ਲక్ష్ਮੀ ਜਿਹੜੀ ਹੈ, ਮਾਇਆ ਜਿਹੜੀ ਹੈਗੀ ਇਸੇ ਤਰ੍ਹਾਂ ਹੀ ਜਵਾਨ ਰਹਿੰਦੀ ਹੈ ਮਾਇਆ।
ਜਾਂਚੇ ਕਰੇ ਕੁਆਰੀ ਮਤਲਬ ਜਵਾਨ, ਹਮੇਸ਼ਾ ਜਵਾਨ ਰਹਿੰਦੀ ਹੈ। ਜਾਂਚੇ ਕਰੇ ਲక్ష్ਮੀ ਕੁਆਰੀ, ਉਸ ਮਾਲਕ ਦੀ ਪੈਦਾ ਕੀਤੀ ਹੋਈ ਮਾਲਕ ਦੇ ਘਰ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸਿਰੀ। ਚੰਦ ਸੂਰਜ ਦੀਵੜੇ ਕਹਿੰਦੇ ਚੰਦ ਸੂਰਜ ਤਾਂ ਛੋਟੇ ਛੋਟੇ ਦੀਵੇ ਹੈਗੇ ਮਾਲਕ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਕਾਸ਼ ਦਿੰਦੇ ਆ। ਕੌਤਕ ਕਾਲ ਬਪੜਾ, ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ। ਕਾਲ ਕੀ ਆ? ਕਾਲ ਜਿਹੜਾ ਹੈਗਾ ਉਹਦੇ ਥਾਣੇ ਦਾ ਇੰਤਜ਼ਾਰ, ਥਾਣੇਦਾਰ ਹੈਗਾ। ਥਾਣੇ ਦਾ ਜਿਹੜਾ ਹੈਗਾ ਉਹ ਕੀ ਕਹਿੰਦੇ ਉਹਨੂੰ, ਥਾਣੇ ਦਾ ਇੰਚਾਰਜ। ਕਾਲ ਬਪੜਾ ਕੋਟਵਾਲ, ਕੋਤਵਾਲੀ ਦਾ ਇੰਚਾਰਜ ਹੈ। ਇਹ ਕੋਤਵਾਲੀ ਆ ਮਾਲਕ ਦੀ, ਇਹਦੇ ਇੱਥੇ ਦੰਡ ਦੇਣ ਵਾਸਤੇ ਜਿਹੜਾ ਹੈਗਾ ਇਹ ਕੋਤਵਾਲ ਹੈਗਾ ਭਾਈ ਕਾਲ। ਸੋ ਕਰਾ ਸਿਰੀ, ਕਰਾ ਕਹਿੰਦੇ ਟੈਕਸ, ਸਾਰਿਆਂ ਦੇ ਸਿਰਾਂ ਦੇ ਉੱਤੇ ਟੈਕਸ ਲਾਉਂਦਾ ਹੈ। ਸਾਰਿਆਂ ਦੇ ਜੋ ਵੀ ਕਰਮ ਕਰਦੇ ਆ ਉਹਦੇ ਵਿੱਚ ਜਿਹੜਾ ਹੈਗਾ ਇਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਮਾਲਕ ਦੀ ਗੇਮ ਹੈਗੀ ਉਹਦੇ ਅਨੁਸਾਰ ਜਿਹੜਾ ਹੈਗਾ ਇਹ ਟੈਕਸ ਵਸੂਲ ਕਰ ਲੈਂਦਾ ਸਾਰਿਆਂ ਤੋਂ। ਐਸਾ ਰਾਜਾ ਸੋ ਐਸਾ ਰਾਜਾ ਸ੍ਰੀ ਨਰਹਰੀ, ਇਹੋ ਜਿਹਾ ਮਾਲਕ ਪਰਮਾਤਮਾ ਹੈਗਾ ਭਾਈ। ਇਹੋ ਜਿਹਾ ਰਾਜਾ ਹੈਗਾ ਜਿਹੜਾ ਲక్ష్ਮੀ ਜੀ ਨੇ ਪੈਦਾ ਕੀਤੀ ਹੈ ਔਰ ਸਾਰੀ ਸ੍ਰਿਸ਼ਟੀ ਬਣਾਈ ਹੈ ਜਿਹਨੇ, ਔਰ ਹਰੇਕ 'ਚ ਸਾਰੀ ਸ੍ਰਿਸ਼ਟੀ 'ਚ ਰਵਿਆ ਹੋਇਆ ਹੈ। ਚੰਦ ਸੂਰਜ ਦੀਵੇ ਹੈਗੇ, ਕਾਲ ਜਿਹੜਾ ਕੁਤਵਾਲੀ ਦਾ ਇੰਚਾਰਜ ਹੈ ਥਾਣੇਦਾਰ, ਉਹ ਦੇਖਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹਿਸਾਬ ਦੇ ਨਾਲ ਵਸੂਲੀ ਕਰਦਾ ਹੈ। ਜਾਂਚੇ ਘਰੇ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ। ਬ੍ਰਹਮਾ ਕਹਿੰਦੇ ਜੀ ਜੇ ਇਹਨਾਂ ਨੇ ਦੇਵਤੇ ਬਣਾਏ ਹੋਏ ਆ ਉਹਨਾਂ ਦੀ ਗੱਲ ਕਰਕੇ ਨਾਮਦੇਵ ਜੀ ਦੱਸ ਰਹੇ ਆਪਾਂ ਨੂੰ। ਜਾਂਚੇ ਘਰੇ ਕੁਲਾਲ, ਕੁਲਾਲ ਕਹਿੰਦੇ ਆ ਜਿਹੜਾ ਜਿਹੜੇ ਭਾਂਡੇ ਬਣਾਉਂਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਕੁਮਾਰ। ਕੁਲਾਲ ਮਤਲਬ ਕੁਮਾਰ। ਜਾਂਚੇ ਘਰੇ ਕੁਲਾਲ ਬ੍ਰਹਮਾ, ਕਹਿੰਦੇ ਬ੍ਰਹਮਾ ਜਿਹੜਾ ਹੈਗਾ ਇਹ ਭਾਂਡੇ ਬਣਾਈ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੇ ਭਾਂਡੇ ਬਣਾਏ ਜਾਂਦਾ ਹੈ, ਮਿੱਟੀ ਦੇ ਨਾਲ ਸਰੀਰ ਦੇਈ ਜਾਂਦਾ ਹੈ, ਆਤਮਾਵਾਂ ਨੂੰ ਸਰੀਰ ਦੇ ਰਿਹਾ ਬ੍ਰਹਮਾ। ਚਤੁਰਮੁਖ ਡਾਵੜਾ, ਡਾਵੜਾ ਕਹਿੰਦੇ ਆ ਜਿਹੜਾ ਭਾਂਡੇ ਬਣਾਉਣ ਵਾਲਾ। ਚਤੁਰਮੁਖ ਕਹਿੰਦੇ ਚਾਰ ਮੁੱਖਾਂ ਵਾਲਾ, ਬ੍ਰਹਮਾ ਦੇ ਕਹਿੰਦੇ ਚਾਰ ਮੁੱਖ ਸੀਗੇ। ਜਿਹਨੇ ਵਿਸ਼ਵ ਸੰਸਾਰ ਰਾਚੀਲੇ, ਕਹਿੰਦੇ ਸੰਸਾਰ ਦੇ ਜੀਵ ਜਿਹਨੇ ਪੈਦਾ ਕੀਤੇ ਆ, ਸਾਰਿਆਂ ਨੂੰ ਭਾਂਡੇ ਦੇ ਸਰੀਰ ਦਿੱਤੇ ਆ। ਇਹ ਤਾਂ ਬ੍ਰਹਮਾ ਹੈ ਸ੍ਰਿਸ਼ਟੀ ਪੈਦਾ ਕਰਨ ਵਾਲਾ। ਜਾਂ ਕੇ ਘਰੇ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਪਾਖੀਲੇ, ਕਹਿੰਦੇ ਉਹਦੇ ਹੁਣ ਇਹਨਾਂ ਦਾ ਇਹ ਵੀ ਮਾਨਤਾ ਹੈਗੀ ਭਾਈ ਜਿਹੜੇ ਹੈਗੇ ਸ਼ਿਵ ਜੀ ਜਿਹੜੇ ਹੈਗੇ ਈਸ਼ਰ ਸ਼ਿਵ ਜੀ ਬੌਲਾ ਜਿਹੜਾ ਹੈਗਾ, ਇਹਨੂੰ ਬੌਲਾ ਹੀ ਦੱਸ ਰਹੇ ਭਾਈ ਭਗਤ ਜੀ। ਜਾਂ ਕੇ ਘਰੇ ਈਸ਼ਰ ਬਾਵਲਾ ਜਗਤ ਗੁਰੂ, ਜਿਹਨੂੰ ਕਹਿੰਦੇ ਆ ਬਈ ਇਹ ਗਿਆਨ ਸ਼ਿਵ ਜੀ ਦਾ ਗਿਆਨ ਜਿਹੜਾ ਹੈਗਾ ਤੱਤ ਗਿਆਨ ਦਿੰਦੇ ਆ ਸ਼ਿਵ ਜੀ। ਗਿਆਨ ਭਾਖੀਲੇ, ਭਾਖਦੇ ਆ, ਬੋਲਦੇ ਆ, ਦਿੰਦੇ ਆ। ਪਾਪ ਪੁੰਨ ਜਾਂਚੇ ਡਾਂਗੀਆ ਦੁਆਰਾ, ਕਹਿੰਦੇ ਉਹਦੇ ਘਰ ਦੇ ਵਿੱਚ ਜਾਣ ਦੇ ਵਾਸਤੇ ਦਰਵਾਜ਼ੇ ਦੇ ਉੱਤੇ ਪਾਪ ਤੇ ਪੁੰਨ ਜਿਹੜੇ ਆ ਪਹਿਰੇਦਾਰ ਹੈਗੇ, ਡਾਂਗ ਲੈ ਕੇ ਖੜੇ ਹੋਏ ਆ। ਮਜਾ ਲਿਆ ਕੋਈ ਚਲੇ ਜਾਏ। ਇਹ ਪਾਪ ਤੇ ਪੁੰਨ, ਜਿਹਨੇ ਪੁੰਨ ਕੀਤੇ ਆ ਉਹ ਗਾਂਹ ਜਾਊਗਾ, ਜਿਹਨੇ ਪਾਪ ਕੀਤੇ ਪਾਸੇ ਹੋ ਜਾਊਗਾ। ਪਾਪ ਪੁੰਨ ਜਿਹੜੇ ਵਿਚਾਰੇ ਜਾਂਦੇ ਆ। ਪਾਪ ਪੁੰਨ ਜਾਂਚੇ ਡਾਂਗੀਆ ਦੁਆਰਾ ਚਿੱਤਰਗੁਪਤ ਲੇਖੀਆ। ਚਿੱਤਰਗੁਪਤ ਜਿਹੜਾ ਹੈਗਾ ਉਹ ਗੁਪਤ ਚਿੱਤਰ ਲਿਖਦਾ ਹੈ ਭਾਈ, ਹਰੇਕ ਦਾ ਲੇਖਾ ਲਿਖਦਾ ਹੈ। ਰਾਈਟਰ ਧਰਮਰਾਏ ਪਰਲੀ ਪ੍ਰਤਿਹਾਰ, ਧਰਮਰਾਏ ਜਿਹੜਾ ਧਰਮਰਾਜ ਹੈਗਾ ਉਹ ਪਰਲੋਂ ਲਿਆ ਦਿੰਦਾ ਹੈ ਤੇ ਪ੍ਰਤਿਹਾਰ ਕਹਿੰਦੇ ਆ ਉਹ ਮਾਲਕ ਦਾ ਨੌਕਰ ਹੈਗਾ। ਸੋ ਐਸਾ ਰਾਜਾ ਸ੍ਰੀ ਗੋਪਾਲ, ਇਹੋ ਜਿਹਾ ਉਹ ਮਾਲਕ ਪਰਮਾਤਮਾ ਹੈਗਾ ਸ੍ਰੀ ਗੋਪਾਲ ਸਾਰਿਆਂ ਦੇ ਉੱਪਰ। ਜਾਂਚੇ ਘਰੇ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਾਵਨ ਤਾਂ ਅੱਛਾ ਹੈ, ਕਹਿੰਦੇ ਜਿਹਦੇ ਘਰ ਦੇ ਵਿੱਚ ਗਣ ਗੰਧਰਵ ਜਿਹੜੇ ਹੈਗੇ ਇਹ ਸ਼ਿਵ ਜੀ ਦੇ ਇਹਦੇ ਜਿਹੜੇ ਹੈਗੇ ਆ
ਦੇਵਤਿਆਂ ਦੇ ਜਿਹੜੇ ਹੈਗੇ ਗਣ, ਸੇਵਕ ਗਣ, ਗੰਧਰਵ ਜਿਹੜੇ ਗਵਈਏ, ਰਿਖੀ ਬੱਪੜੇ ਕਹਿੰਦੇ ਵਿਚਾਰੇ, ਢਾਡੀਆ ਗਾਵਨ ਤਾਂ ਅੱਛੇ, ਕਹਿੰਦੇ ਮਾਲਕ ਦੇ ਜਿਹੜੇ ਹੈਗੇ ਗੀਤ ਗਾਉਂਦੇ ਆ। ਸਰਵ ਸ਼ਾਸਤਰ ਬਹਿਰੂਪੀਆ, ਜਿੰਨੇ ਵੀ ਗਿਆਨ ਦੇ ਗ੍ਰੰਥ ਹੈਗੇ ਸਾਰੇ ਦੇ ਸਾਰੇ ਬਹਿਰੂਪੀਏ ਹੈਗੇ। ਬਹਿਰੂਪੀਆ ਕਿਉਂ? ਭਗਤ ਜੀ ਬਹਿਰੂਪੀਆ ਕਿਉਂ ਕਹਿ ਰਹੇ? ਕਹਿੰਦੇ ਕਿ ਮਾਲਕ ਪਰਮਾਤਮਾ ਦਾ ਵਰਣਨ ਕਰਦੇ ਆ, ਉਹ ਮਾਲਕ ਪਰਮਾਤਮਾ ਦੀ ਨਕਲ ਕਰਦੇ ਆ, ਪਰ ਅਸਲ ਨਹੀਂ ਹੈਗੇ, ਮਾਲਕ ਨਹੀਂ ਹੈਗਾ ਉਹ। ਮਾਲਕ ਪਰਮਾਤਮਾ ਦੇ ਗੁਣ ਦੱਸਦੇ ਆ ਪਰ ਮਾਲਕ ਨਹੀਂ ਹੈਗੇ ਉਹ। ਸਰਵ ਸ਼ਾਸਤਰ ਬਹਿਰੂਪੀਆ ਅਨਗਰੂਆ ਅਖਾੜਾ, ਅਨਗਰੂਆ ਕਹਿੰਦੇ ਆ ਥੋੜ੍ਹੇ ਜਿਹੇ ਗਿਆਨ ਵਾਲਾ, ਇਹ ਅਖਾੜਾ ਹੈਗਾ ਭਾਈ, ਮਾਲਕ ਪਰਮਾਤਮਾ ਦਾ ਅਖਾੜਾ ਹੈ। ਦੁਨੀਆ ਦੇ ਵਿੱਚ ਗਿਆਨ ਦਿੰਦਾ ਹੈ, ਇੱਕ ਬ੍ਰਹਮ ਗਿਆਨ ਦਿੰਦੇ ਹੈ। ਮੰਡਲੀਕ ਬੋਲੇ ਕਾਛੇ, ਮੰਡਲੀਕ ਜਿਹੜੇ ਹੈਗੇ ਰਾਜੇ, ਦੁਨੀਆ ਦੇ ਵਿੱਚ ਰਾਜੇ ਵੀ ਹੈਗੇ ਆ, ਉਹ ਵੀ ਜਿਹੜੇ ਹੈਗੇ ਆ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀ ਚੱਲਦੀ ਆ, ਸੋਹਣੇ ਬੋਲਦੇ ਆ ਦੁਨੀਆ ਦੇ ਵਿੱਚ। ਚੌਰ ਫੂਲ ਜਾਚੇ ਹੈ ਪਵਨ, ਚੌਰ ਢੂਲ ਜਾਚੇ ਹੈ ਪਵਨ। ਹਵਾ ਕਹਿੰਦੀ ਆ ਉਸ ਮਾਲਕ ਪਰਮਾਤਮਾ ਦੇ ਉੱਤੇ ਚੌਰ ਕਰ ਰਹੀ ਆ, ਉਸ ਮਾਲਕ ਪਰਮਾਤਮਾ ਦੇ ਚੌਰ ਢੂਲ ਜਾਚੇ ਹੈ ਪਵਨ, ਜਾਂਚੇ ਹੈ ਪਵਨ। ਚੇਰੀ ਸਕਤ ਜੀਤ ਲੈ ਭਵਨ। ਤੇ ਇੱਕ ਜਿਹੜੀ ਹੈਗੀ ਆ ਮਾਇਆ ਹੈਗੀ ਭਾਈ, ਸ਼ਕਤੀ, ਉਹਨੇ ਸਾਰੇ ਸੰਸਾਰ ਜਿੰਨਾ ਵੀ ਆਕਾਰ ਬਣਾਇਆ ਸਾਰੇ ਨੂੰ ਜਿੱਤਿਆ ਹੋਇਆ ਹੈ। ਚੇਰੀ ਸ਼ਕਤ, ਸ਼ਕਤੀ, ਜੀਤ ਲੈ ਭਵਨ। ਇੱਕ ਸ਼ਿਵ ਹੈਗਾ ਮਾਲਕ, ਇੱਕ ਹੈਗੀ ਸ਼ਕਤੀ। ਸ਼ਕਤੀ ਨੇ ਕੀ ਕੀਤਾ? ਸਾਰੇ ਭਵਨ ਜਿੱਤੇ ਹੋਏ। ਚੇਰੀ ਸਕਤ ਜੀਤ ਲੈ ਭਵਨ। ਅੰਡ ਟੂਕ ਜਾਚੇ ਭਸਮਤੀ। ਭਸਮਤੀ ਕਿਤੇ, ਭਸਮ ਕਿੱਥੇ ਹੁੰਦੀ ਹੈ? ਸੁਆਹ ਕਿੱਥੇ ਹੁੰਦੀ ਹੈ? ਚੁੱਲ੍ਹੇ ਦੇ ਵਿੱਚ। ਅੰਡ ਟੂਕ ਕਹਿੰਦੇ ਇੱਕ ਟੁਕੜਾ। ਇਹ ਧਰਤੀ ਕੀ ਹੈਗੀ? ਸਾਰੀ ਧਰਤੀ ਕੀ ਕਰ ਰਹੀ ਹੈ? ਸਾਰੀ ਧਰਤੀ ਖਾਣਾ ਪੀਣਾ ਦੇ ਰਹੀ ਹੈ ਸਾਰਿਆਂ ਨੂੰ। ਕਹਿੰਦੇ ਚੁੱਲ੍ਹਾ ਹੈਗਾ ਮਾਲਕ ਪਰਮਾਤਮਾ ਦਾ, ਧਰਤੀ ਇੱਕ ਚੁੱਲ੍ਹਾ ਹੈਗਾ, ਇਹਦੇ 'ਚੋਂ ਸਾਰਾ ਪੈਦਾਵਾਰ ਹੋ ਰਹੀ, ਸਾਰਿਆਂ ਦਾ ਢਿੱਡ ਭਰ ਰਿਹਾ ਇਸ ਚੁੱਲ੍ਹੇ ਤੋਂ। ਅੰਡ ਟੂਕ ਜਾਚੇ ਭਸਮਤੀ, ਸੋ ਐਸਾ ਰਾਜਾ ਤੇਰ ਭਵਨ ਪਤੀ। ਇਹੋ ਜਿਹਾ ਹੈ ਮਾਲਕ ਪਰਮਾਤਮਾ, ਧਰਤ ਪਤਾਲ ਆਕਾਸ਼ ਦਾ ਮਾਲਕ। ਜਾਂਚੇ ਘਰੇ ਕੂਰਮਾ ਪਾਲ, ਸਹਸਤਰ ਫਨੀ ਬਾਸਕ ਸੇ ਜੁਆਲਾ। ਵਿਸ਼ਨੂੰ ਜਿਹੜਾ ਹੈਗਾ, ਵਿਸ਼ਨੂੰ ਦਾ ਰੂਪ ਜਿਹੜਾ ਕੂਰਮਾ ਕਹਿੰਦੇ ਆ, ਕੱਛੂ ਕੁਮਾ। ਪਾਲ ਕਹਿੰਦੇ ਉਹਦੀ ਪਿੱਠ ਜਿਹੜੀ ਹੈਗੀ ਕੱਛੂ ਕੁਮੇ ਦੀ ਜਿਹੜੀ ਹੈਗੀ ਆ ਬਿਸਤਰਾ ਆ। ਜਾਂਚੇ ਘਰੇ ਕੂਰਮਾ ਪਾਲ, ਉਹ ਉਹਦਾ ਪਲੰਗ ਹੈਗਾ। ਕੱਛੂ ਕੁਮਾ ਮਾਲਕ ਪਰਮਾਤਮਾ ਦਾ ਪਲੰਗ। ਸਹਸਤਰ ਫਨੀ ਬਾਸਕ ਸੇਜੂ ਆਲੂਆ। ਔਰ 1000 ਫਣਾ ਵਾਲਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਸ਼ੇਸ਼ਨਾਗ ਬਾਸਕ ਸੇਜੂ ਆਲੂਆ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਦੌਣ ਹੈਗਾ, ਦੌਣ ਕਹਿ ਲਓ ਜਾਂ ਉਹਦੀ ਨਿਵਾਰ ਕਹਿ ਲਓ, ਪਲੰਗ ਦੀ ਰੱਸੀ। ਜਾਂਚੇ ਕਰੇ ਕੂਰਮਾ ਪਾਲ, ਸਹਸਤਰ ਫਨੀ ਬਾਸਕ ਸੇਜੂ ਆਲੂਆ। 18 ਭਾਰ ਬਨਾਸਪਤੀ ਮਾਲਣੀ। ਉਹਦੀ ਮਾਲਣ ਕੌਣ ਆ? ਫੁੱਲ ਲਿਆਉਣ ਵਾਲੀ ਮਾਲਕ ਦੇ। ਕਹਿੰਦੇ 18 ਭਾਰ ਆ, ਸਾਰੀ ਬਨਸਪਤੀ ਵੈਜੀਟੇਸ਼ਨ ਜਿਹੜੀ ਹੈਗੀ ਉਹ ਮਾਲਕ ਦੇ ਵਾਸਤੇ ਫੁੱਲ ਲਿਆਉਂਦੀ ਹੈ। 96 ਕਰੋੜੀ ਮੇਘ ਮਾਲਾ ਪਾਣੀ ਹਾਰੀਆ। ਉਹਦੀ ਪਨਿਹਾਰੀਨਾ ਕੌਣ ਆ? ਪਾਣੀ ਭਰਨ ਵਾਲੀਆਂ ਕੌਣ ਆ? ਕਹਿੰਦੇ 96 ਕਰੋੜੀ ਜਿਹੜੇ ਹੈਗੇ ਆ, ਇਹ ਜਿਹੜੇ ਹੈਗੇ ਬੱਦਲ ਮੇਘਮਾਲਾ, ਉਹਦੇ ਪਾਣੀ ਲਿਆਉਣ ਵਾਲੀਆਂ ਹੈਗੀਆਂ ਭਾਈ। ਪਾਣੀ ਲੈ ਕੇ ਆਉਂਦੀਆਂ, ਪਾਣੀ ਭਰਦੀਆਂ ਮਾਲਕ ਪਰਮਾਤਮਾ ਦਾ, ਜਗ੍ਹਾ ਜਗ੍ਹਾ ਤੇ ਪਾਣੀ ਲੈ ਕੇ ਜਾਂਦੀਆਂ। ਨਖ ਪਰਸੇਵ ਜਾਚੇ ਸੁਰਸਰੀ। ਇੱਥੇ ਪ੍ਰਵੇਸ਼ ਨਹੀਂ ਲਿਖਿਆ, ਪਰਸੇਵ ਹੈਗਾ। ਪਰਸੇਵ ਦਾ ਮਤਲਬ ਆ ਬਈ ਕੋਈ ਚੀਜ਼ ਰਿਸਣੀ। ਨਖ ਕਹਿੰਦੇ ਨਹੁੰ ਤੋਂ, ਕਹਿੰਦੇ ਪਸੀਨਾ ਜਿਹੜਾ ਆਉਂਦਾ ਆ ਜਾਚੇ ਸੁਰਸਰੀ, ਉਹਦਾ ਪਸੀਨਾ ਨਹੁੰ ਤੋਂ ਜਿਹੜਾ ਹੈਗਾ
ਗੰਗਾ ਜਿਹੜੀ ਹੈਗੀ ਉਹਦੇ ਨਾਂ ਤੋਂ ਪਸੀਨਾ ਆ ਰਿਹਾ, ਗੰਗਾ ਬਣ ਗਈ ਉਹਦੇ ਚੋਂ। ਸਪਤ ਸਮੁੰਦ ਜਾਚੇ ਘੜਥਲੀ, ਔਰ ਇਹ 7 ਸਮੁੰਦਰ ਜਿਹੜੇ ਹੈਗੇ, ਐਡਾ ਇੰਨਾ ਜਲ ਹੈਗਾ ਜਿਹੜਾ ਇਹ ਸਟੋਰ ਕੀਤਾ ਹੋਇਆ ਉਹਦੇ ਘੜੇ ਹੈਗੇ ਭਾਈ ਮਾਲਕ ਦੇ। ਪਾਣੀ ਜਿਹੜਾ ਹੈਗਾ ਸਟੋਰ ਕਰਨ ਵਾਸਤੇ 7 ਸਮੁੰਦਰ ਘੜੇ ਹੈਗੇ ਉਹਦੇ ਮਾਲਕ ਦੇ, ਘੜਥਲੀ। ਇਤੇ ਜੀ ਜਾਚੈ ਵਰਤਣੀ, ਇੰਨੇ ਜੀਵ ਹੈਗੇ ਉਸ ਮਾਲਕ ਪਰਮਾਤਮਾ ਦੇ, ਉਹਦੇ ਇਹ ਸਾਰੀਆਂ ਚੀਜ਼ਾਂ ਨੂੰ ਵਰਤਣ ਵਾਲੇ ਇੰਨੇ ਜੀਵ ਹੈਗੇ ਮਾਲਕ ਪਰਮਾਤਮਾ ਦੇ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ। ਇਤੇ ਜੀ ਜਾਚੇ, ਇਤੇ ਜੀ ਜਾਂਚੈ ਵਰਤਣੀ, ਸੋ ਐਸਾ ਰਾਜਾ ਤਿਰਭਵਨ ਧਣੀ। ਇਹੋ ਜਿਹਾ ਉਹ ਰਾਜਾ ਆ ਮਾਲਕ ਪਰਮਾਤਮਾ ਜਿਹੜਾ ਹੈਗਾ ਧਰਤ ਪਤਾਲ ਆਕਾਸ਼ ਦਾ, ਤਿੰਨਾਂ ਭਵਨਾਂ ਦਾ ਰਾਜਾ। ਜਾਂਚੇ ਕਰੇ ਨਿਕਟਵਰਤੀ, ਜਾਂਚੇ ਕਰੇ ਨਿਕਟਵਰਤੀ, ਜਾਂਚੇ ਕਰੇ ਨਿਕਟਵਰਤੀ अर्जुन, ध्रुव, प्रहलाद, अम्बरीक, नारद, नेजय, सिद्ध बुद्ध, गण गंधर्व, 92 हेला। ਜਿਹਦੇ ਘਰ ਦੇ ਵਿੱਚ ਕਹਿੰਦੇ ਆ ਨਿਕਟਵਰਤੀ, ਕਹਿੰਦੇ ਆ ਨੇੜੇ ਨੇੜੇ ਆ, ਕਿਉਂਕਿ ਇਹ ਜਿਹੜੇ ਭਗਤੀ ਕਰਨ ਵਾਲੇ ਹੈਗੇ ਆ, ਸਾਧੂ ਲੋਕ ਹੈਗੇ ਆ। ਜਾਂਚੇ ਕਰੇ ਨਿਕਟਵਰਤੀ ਕੌਣ? अर्जुन, ध्रुव, प्रहलाद, अम्बरीक, नारद, नेजे ਜਿਹੜਾ ਇੱਕ ਰਿਸ਼ੀ ਸੀਗਾ, ਸਿੱਧ ਲੋਕ, ਬੁੱਧ ਜਿਹੜੇ ਹੈਗੇ ਜਿਨ੍ਹਾਂ ਦੇ ਵਿਵੇਕ ਬੁੱਧੀ ਵਾਲੇ, ਗਣ ਗੰਧਰਵ, ਦੇਵਤਿਆਂ ਦੇ ਜਿਹੜੇ ਹੈਗੇ ਇਹਨਾਂ ਦੇ ਸੇਵਕ ਗਣ, ਗੰਧਰਵ ਜਿਹੜੇ ਹੈਗੇ ਗਵਈਏ, 92 ਹੇਲਾ, 52 ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਵੀਰ, ਕਹਿੰਦੇ ਹੈਗੇ ਆ 52 ਵੀਰ ਆ ਉਸ ਮਾਲਕ ਪਰਮਾਤਮਾ ਦੇ। ਇੱਥੇ ਜੀ ਜਾਚੇ ਹੈ ਘਰੀ, ਇੰਨੇ ਜੀਵ ਜਿਹੜੇ ਹੈਗੇ ਉਸ ਮਾਲਕ ਦੇ ਘਰ ਦੇ ਵਿੱਚ ਹੈਗੇ। ਇੱਥੇ ਜੀ ਜਾਚੇ ਹੈ ਘਰੀ, ਸਰਵ ਵਿਆਪਕ ਅੰਤਰ ਹਰੀ। ਮਾਲਕ ਪਰਮਾਤਮਾ ਹਰ ਜਗ੍ਹਾ ਤੇ ਵਿਆਪਕ ਹੈਗਾ ਔਰ ਹਰੇਕ ਦੇ ਅੰਦਰ ਹੈਗਾ ਉਹ ਹਰੀ। ਪਰਣਵੇ ਨਾਮਦੇਵ ਤਾਚੀਆਣ, ਨਾਮਦੇਵ ਜੀ ਕਹਿੰਦੇ ਆ ਮੈਂ ਉਸ ਮਾਲਕ ਪਰਮਾਤਮਾ ਦਾ ਆਸਰਾ ਲਿਆ ਆ, ਮੇਰੇ ਕੋਲ ਉਹਦੀ ਆਣ ਹੈ, ਮੇਰੇ ਕੋਲ ਉਸ ਮਾਲਕ ਪਰਮਾਤਮਾ ਦਾ ਆਸਰਾ ਹੈਗਾ। ਆਣ ਮਤਲਬ ਹੁੰਦਾ ਮੇਰੇ ਕੋਲ ਉਸ ਦੀ ਸ਼ਰਨ ਹੈਗੀ ਮਾਲਕ ਦੀ। ਪਰਣਵੇ ਨਾਮਦੇਵ ਤਾਚੀਆਣ, ਸਗਲ ਭਗਤ ਜਾਚੇ ਨਿਸ਼ਾਨ। ਸਾਰੇ ਦੇ ਸਾਰੇ ਭਗਤ ਜਿਹੜੇ ਹੈਗੇ ਆ ਉਸ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਜਾਚਕ ਹੈਗੇ ਆ, ਮਾਲਕ ਪਰਮਾਤਮਾ ਦੇ ਨਿਸ਼ਾਨ ਕਹਿੰਦੇ ਆ। ਉਹ ਮਾਲਕ ਪਰਮਾਤਮਾ ਦਾ ਨਿਸ਼ਾਨ ਭਗਤੀ, ਉਹਦੇ ਝੰਡੇ ਦੇ ਥੱਲੇ ਸਾਰੇ ਦੇ ਸਾਰੇ ਭਗਤ ਜਿਹੜੇ ਹੈਗੇ ਉਸ ਮਾਲਕ ਦੀ ਸ਼ਰਨ ਦੇ ਵਿੱਚ ਹੈਗੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਮੈਂ ਭਗਤੀ ਕਰਦਾ ਹਾਂ। ਔਰ ਆਪਾਂ ਨੂੰ ਭਗਤ ਜੀ ਜਿਹੜੇ ਹੈਗੇ ਆਪਾਂ ਨੂੰ ਜਿਹੜੇ ਹੈਗੇ ਸੇਧ ਦੇ ਰਹੇ ਕਿ ਉਹ ਮਾਲਕ ਪਰਮਾਤਮਾ ਇੰਨਾ ਵੱਡਾ ਹੈਗਾ ਭਾਈ। ਆ ਸਾਰੀ ਸ੍ਰਿਸ਼ਟੀ ਦਾ ਮਾਲਕ, ਸਾਰੀ ਦੀ ਸਾਰੀ ਗੇਮ ਉਸੇ ਮਾਲਕ ਦੇ ਅੰਦਰ ਚੱਲ ਰਹੀ ਹੈ, ਉਹਦੇ ਅੰਡਰ ਹੀ ਚੱਲ ਰਹੀ ਹੈ। ਰਾਗ ਮਲਹਾਰ ਬਾਣੀ ਭਗਤ ਨਾਮਦੇਵ ਜੀ ਕੀ, ਏਕ ਓਂਕਾਰ ਸਤਿਗੁਰ ਪ੍ਰਸਾਦ, ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ। ਕਹਿੰਦੇ ਉਹ ਮਾਲਕ ਪਰਮਾਤਮਾ ਗੋਪਾਲ ਜਿਹੜਾ ਸਾਰੀ ਦੁਨੀਆ ਨੂੰ ਪਾਲਣ ਵਾਲਾ, ਸਾਰੀ ਦੁਨੀਆ ਦਾ ਮਾਲਕ ਹੈਗਾ, ਜਿਹਦਾ ਕੋਈ ਕੁਲ ਨਹੀਂ ਹੈ, ਉਹ ਕਾਲਕ ਰਹਿਤ ਹੈ। ਔਰ ਜਿਹੜਾ ਵੀ ਭਗਤੀ ਕਰਦਾ ਉਹਨੂੰ ਵੀ ਨਿਰੰਜਨ ਕਰ ਦਿੰਦਾ। ਭਗਤ ਦਾਨ ਦੀਜੈ ਜਾਚੈ ਸੰਤ ਜਨ। ਸੰਤ ਜਨ ਕੀ ਕਹਿੰਦੇ ਆ ਮਾਲਕ ਪਰਮਾਤਮਾ ਨੂੰ? ਕਹਿੰਦੇ ਭਗਤੀ ਦਾ ਦਾਨ ਦੇ। ਆ ਜਾਚਨਾ ਕਰਦੇ ਆ ਸੰਤ ਜਨ ਮਾਲਕ ਪਰਮਾਤਮਾ ਦੇ ਅੱਗੇ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਅੱਜ ਨਾ ਮੈਡਮ ਬੈਠੀ ਸੀ ਤੇ ਨਾਲ ਦੀ ਤੇ ਕਹਿਣ ਦੀ ਕਿ ਇਹ ਮੌਸਮ ਕਿੱਦਾਂ ਬਦਲਦਾ ਹੈ।
ਮੈਂ ਕਿਹਾ ਮੌਸਮ ਤੇ ਕਿਸੇ ਨੇ ਸੈਟਿੰਗ ਕੀਤੀ ਹੋਈ ਹੈ। ਕਹਿੰਦੀ ਉਹ ਕਿੱਦਾਂ? ਮੈਂ ਕਿਹਾ ਵੇਖ ਲਾ ਧਰਤੀ ਕਿੱਦਾਂ ਘੁੰਮਦੀ ਹੈ 24 ਘੰਟਿਆਂ 'ਚ ਆਪਣੇ ਦੁਆਲੇ, ਤੇ 365 ਦਿਨਾਂ 'ਚ ਸੂਰਜ ਦੇ ਦੁਆਲੇ ਘੁੰਮਦੀ। ਮੈਂ ਸੂਰਜ ਦੇ ਲਾਗੇ ਜਦੋਂ ਆਉਂਦੀ ਹੈ ਤੇ ਧਰਤੀ ਗਰਮ ਹੋ ਜਾਂਦੀ ਹੈ, ਉਦੋਂ ਗਰਮੀ ਹੋ ਜਾਂਦੀ ਹੈ। ਜਦੋਂ ਸੂਰਜ ਤੋਂ ਦੂਰ ਚਲ ਜਾਂਦੀ ਹੈ ਤੇ ਧਰਤੀ 'ਚ ਠੰਡਾ ਮੌਸਮ ਆ ਜਾਂਦਾ, ਵਿੰਟਰ ਆ ਜਾਂਦਾ। ਕਿੱਡਾ ਜ਼ਬਰਦਸਤ ਮਕੈਨਿਜ਼ਮ, ਕਿੱਡਾ ਜ਼ਬਰਦਸਤ ਸੌਫਟਵੇਅਰ, ਹਰ ਚੀਜ਼ ਬਿਲਕੁਲ ਉਹਦੀ ਮਰਜ਼ੀ ਅਨੁਸਾਰ ਚੱਲਦੀ ਪਈ ਉਸ ਬ੍ਰਹਮ ਦੀ। ਹੁਣ ਇੱਥੇ ਇੱਕ ਚੀਜ਼ ਨੂੰ ਆਪਾਂ ਵਿਚਾਰ ਕਰਨ ਦੀ ਲੋੜ ਆ। ਅੱਜ ਆਪਾਂ ਕਥਾ ਸ਼ੁਰੂ ਕਰਦੇ ਹਾਂ। 1 ਮਿੰਟ ਲਵਾਂਗਾ ਮੈਂ। ਸਾਡੀ ਜ਼ਿੰਦਗੀ ਦੀ ਪ੍ਰਾਪਤੀ ਹੈਗੀ ਆ ਪਰਮ ਆਨੰਦ, ਪਰਮ ਸ਼ਾਂਤੀ। ਇਹ ਅਖੰਡ ਅਵਸਥਾ ਹੈ। ਇਸ ਅਖੰਡ ਅਵਸਥਾ ਨੂੰ ਪ੍ਰਾਪਤ ਕਰਨਾ ਸਾਡੇ ਜੀਵਨ ਦਾ ਟੀਚਾ। ਇਸ ਅਖੰਡ ਅਵਸਥਾ ਦੇ ਵਿੱਚ ਕੁਛ ਕਰਨ ਦੀ ਲੋੜ ਨਹੀਂ ਪੈਂਦੀ ਮੁੜ ਕੇ, ਕਿਉਂਕਿ ਜੋ ਕਰਨਾ ਸੀ ਉਹ ਆਲਰੇਡੀ ਕਰ ਚੁੱਕੇ। ਜਦੋਂ ਇਹ ਸਾਰਾ ਸੰਸਾਰ ਨਹੀਂ ਹੁੰਦਾ ਤੇ ਇਹ ਕੇਵਲ ਅਖੰਡ ਅਵਸਥਾ ਹੀ ਹੁੰਦੀ ਬ੍ਰਹਮ। ਉੱਥੋਂ ਤੱਕ ਪਹੁੰਚਣਾ ਸਾਡੇ ਜੀਵਨ ਦਾ ਮੇਨ ਲਕਸ਼। ਟਾਰਗੇਟ ਦਾ ਪਤਾ ਹੋਣਾ ਚਾਹੀਦਾ, ਜਾਣਾ ਕਿੱਥੇ ਸਫ਼ਰ ਕਰਨ ਤੋਂ ਪਹਿਲਾਂ। ਜੇ ਮੰਜ਼ਿਲ ਦਾ ਨਹੀਂ ਪਤਾ ਤੇ ਭਟਕ ਜਾਵਾਂਗੇ। ਇਸੇ ਲਈ ਬਾਣੀ 'ਚ ਕਹਿੰਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਰਸਤੇ ਦਾ ਪਤਾ ਹੋਣਾ ਬਹੁਤ ਜ਼ਰੂਰੀ, ਫਿਰ ਮੰਜ਼ਿਲ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ। ਇਹ ਦੋ ਚੀਜ਼ਾਂ ਦੁਰਲੱਭ ਨੇ। ਸੰਸਾਰ ਜਿਹੜਾ ਹੈ ਉਹ ਬਹੁਤ ਛੋਟਾ ਇੱਕ ਟੀਚਾ ਧਾਰਦਾ ਹੈ। ਉਹ ਪਰਮਾਤਮਾ ਨੂੰ, ਜ਼ਿਆਦਾਤਰ ਜਿਹੜੇ ਬਹੁਮਤ ਲੋਕ ਨੇ ਉਹ ਛੋਟੀ ਜਿਹੀ ਜਗ੍ਹਾ 'ਚ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ। ਜਦੋਂ ਦਿਲ ਕਰਦਾ ਹੈ ਕੋਈ ਚੀਜ਼ ਡਿਮਾਂਡ, ਤੇ ਉੱਥੇ ਜਾਂਦੇ ਨੇ, ਮੱਥਾ ਟੇਕ ਕੇ ਘਰੇ ਆ ਜਾਂਦੇ। ਪਰ ਉਹਦੀ ਸੋਚ ਇਹੋ ਹੀ ਬਣਿਆ ਹੁੰਦਾ ਵਾ ਕਿ ਪਰਮਾਤਮਾ ਕਿਸੇ ਜਗ੍ਹਾ ਤੇ ਹੈਗਾ ਹੈ, ਪਰ ਇੱਥੇ ਨਹੀਂ ਹੈਗਾ ਜਿੱਥੇ ਮੈਂ ਹਾਂ। ਪ੍ਰਚਾਰਕ ਵੀ ਮੋਸਟਲੀ ਇਸੇ ਗੱਲ ਨੂੰ ਪ੍ਰਚਾਰ ਕਰਦੇ। ਮੈਡਮ ਕਹਿੰਦੀ ਸੀ ਕਿ ਉਹ ਮੈਂ ਕੱਲ ਗਿਆ ਸੀ ਮੱਥਾ ਟੇਕਣ ਬਾਬੇ ਸ਼ਹੀਦੀ, ਕਹਿੰਦੇ ਕਿ ਉੱਥੇ ਵੀ ਮੁੱਖ ਵਾਕ ਇਹੋ ਹੀ ਆਇਆ ਸੀ। ਜਿਹੜੀ ਕਥਾ ਕਰ ਰਹੇ ਸੀ ਬਾਬਾ ਜੀ, ਸੋਹਣੀ ਕਥਾ ਕੀਤੀ, ਵਿਚਾਰ ਕਰ ਰਹੇ ਸੀ। ਕਹਿੰਦੇ ਕਿ ਇਸ਼ਨਾਨ ਤਨ ਦਾ ਨਹੀਂ, ਇਸ਼ਨਾਨ ਮਨ ਦਾ ਕਰਨਾ ਹੈ, ਤਾਂ ਜੋ ਮਨ ਨੂੰ ਸਮਝਾਇਆ ਨਹੀਂ ਜਾ ਸਕਦਾ। ਕੋਈ ਵੀ ਤਰੀਕਾ ਨਹੀਂ ਹੈਗਾ। ਆਪੋ ਕਿਤਾਬਾਂ ਪੜ੍ਹ ਕੇ ਵੇਖ ਲਓ, ਮਨ ਨਹੀਂ ਸਮਝੇਗਾ ਤੁਹਾਡਾ, ਬਹੁਤ ਮੁਸ਼ਕਿਲ। ਸਮਝਾਉਣ ਦੇ ਲਈ ਕੇਵਲ ਇੱਕ ਹੀ ਚੀਜ਼ ਹੈਗੀ ਹੈ, ਉਹ ਤੁਹਾਡੀ ਬੁੱਧੀ। 5% ਬੁੱਧੀ ਹੈ, 95% ਮਨ ਹੈ। ਮਨ ਨਹੀਂ ਮੰਨਦਾ, ਕੀ ਕਰ ਲੋਗੇ? ਮਜਬੂਰ ਕਰ ਦੇਗਾ ਤੁਹਾਨੂੰ। ਦੁਨੀਆ ਤੇ ਵੇਖੋ, ਲੋਕਾਂ ਨੂੰ ਸਮਝਾਓ, ਉਹਨਾਂ ਨੂੰ ਕੋਈ ਸੁਧਰ ਜਾਓ, ਚੰਗੇ ਬਣ ਜਾਓ, ਉਹ ਸਮਝਦੇ ਆ? ਨਹੀਂ ਸਮਝਣਗੇ। ਕਾਉਂਸਲਿੰਗ ਜਿਹੜੀ ਹੁੰਦੀ ਹੈ ਉਹ ਬੁੱਧੀ ਦੀ ਹੈ। ਬੁੱਧੀ ਵੀ ਏਦਾਂ ਮਾੜੇ ਮੋਟੇ ਗਿਆਨ ਨੂੰ ਨਹੀਂ ਸਵੀਕਾਰ ਕਰ। ਹਾਈ ਲੈਵਲ ਦਾ ਗਿਆਨ ਚਾਹੀਦਾ ਬੁੱਧੀ ਨੂੰ, ਕਿਉਂਕਿ ਥੋੜਾ ਬਹੁਤਾ ਨਹੀਂ, ਕਾਫੀ ਕੁਝ ਹਰ ਇੱਕ ਦੀ ਬੁੱਧੀ ਜਾਣਦੀ ਹੈ। ਤੇ ਇੱਥੇ ਚੀਜ਼ ਨੂੰ ਸਮਝੀਏ, ਪਰਮ ਆਨੰਦ ਤੇ ਪਰਮ ਸ਼ਾਂਤੀ ਸਾਡੇ ਜੀਵਨ ਦਾ ਇੱਕ ਲਕਸ਼ ਆ, ਜਿਸ ਨੂੰ ਅਸੀਂ ਪ੍ਰਾਪਤ ਕਰਨਾ ਹੈ। ਜਿੰਨਾ ਵੀ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ, ਆੜੀ ਰਾਤ ਨੂੰ ਕਥਾ ਸੁਣਦੇ ਹਾਂ, ਸਰਵਣ ਕਰਦੇ ਹਾਂ, ਇਹ ਕੇਵਲ ਆਪਣੇ ਮਨ ਦਾ ਇਸ਼ਨਾਨ ਹੈ। ਮਨ ਦਾ ਇਸ਼ਨਾਨ ਮਤਲਬ ਕਿ ਸਾਡੇ ਅੰਦਰ ਵਿਵੇਕ ਪੈਦਾ ਹੋ ਜਾਏ, ਸਾਡੇ ਅੰਦਰ ਗਿਆਨ ਪੈਦਾ ਹੋ। ਸਾਧਾਰਨ ਤੌਰ ਤੇ ਬੰਦਾ ਸੁੱਤਾ ਹੀ ਜੰਮਦਾ ਤੇ ਸੁੱਤਾ ਹੀ ਮਰ ਜਾਂਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਧਰਮ ਕੀ ਹੈ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਜੀਵ ਕੀ ਹੈ, ਅਸੀਂ ਇੱਥੇ ਕੀ ਕਰਦੇ ਪਏ ਹਾਂ, ਕੱਢਣੀ ਕਿੱਥੋਂ ਆ ਗਏ ਆ, ਫਿਰ ਬੰਦਾ ਕਿੱਥੇ ਚਲਾ ਜਾਂਦਾ ਹੈ, ਫਿਰ ਬੰਦਾ ਕਿੱਥੋਂ ਆਉਂਦਾ ਹੈ। ਇਹ ਰਾਜ ਨੇ ਬ੍ਰਹਮ ਦੇ। ਬ੍ਰਹਮ ਨਹੀਂ ਦੱਸਦਾ ਕਿ
इदां दा सिस्टम करके बैठा। जादूगर हैगा वो, मैं तैनूं जादूगर ही कहना, बहुत चलाक जादूगर। कुछ चीज़ां ਜਿਹੜੀਆਂ ਉਹਨੇ ਬੜੀਆਂ ਜਿਹੜੀਆਂ ਪੈਦਾ ਕੀਤੀਆਂ ਨੇ ਬਿਲਕੁਲ ਲੌਜੀਕਲੀ ਪੈਦਾ ਕਰਦਾ ਹੈ, ਬਹੁਤ ਚਲਾਕ ਹੈ, ਉਹਨੂੰ ਪਤਾ ਬੰਦਾ ਬਹੁਤ ਤੇਜ਼ ਹੈ। ਇਸ ਕਰਕੇ ਪਾਣੀ ਵੀ ਤਿਆਰ ਕਰੂਗਾ, ਫਾਰਮੂਲੇ ਨਾਲ ਤਿਆਰ ਕਰਦਾ, ਹਰ ਚੀਜ਼ ਨੂੰ ਫਾਰਮੂਲਾ ਯੂਜ਼ ਕਰਦਾ, ਉਸ ਤੋਂ ਬਾਅਦ ਉਹ ਚੀਜ਼ ਨੂੰ ਬਣਾਉਂਦਾ, ਸ਼ੱਕ ਨਹੀਂ ਪੈਣ ਦਿੰਦਾ, ਪਰ ਹੈ ਜਾਦੂਗਰ। ਇਹ ਚੀਜ਼ਾਂ ਕਿੱਥੋਂ ਆਈਆਂ, ਕਿਸੇ ਕੋ ਕੋਈ ਜਵਾਬ ਨਹੀਂ। ਮਿੱਟੀ ਕਿੱਥੋਂ ਆਈ ਹੈ ਕਿਸੇ ਨੂੰ ਕੋਈ ਨਹੀਂ ਪਤਾ। ਹੁਣ ਕੱਲ ਮੈਂ ਬੈਠਾ ਤੇ ਮੈਂ ਪਰਸੋਂ ਦੀ ਗੱਲ ਤੇ ਉਹ ਵੇਖਦਿਆਂ ਵਾ ਕਿ ਉਹ ਲੋਹੜੀ ਅਸੀਂ ਫੁੱਲੇ ਖਾਧੇ, ਕੁਝ ਜੋ ਵੀ ਰੋੜੀਆਂ ਰਾੜੀਆਂ ਸੀ ਗੁੜ ਉਹਦੇ ਚ ਪਾਇਆ, ਅੱਗ ਨੂੰ ਭੇਟ ਕੀਤਾ, ਅਗਨੀ ਭੇਟੀ ਕੀਤੀ। ਮੈਂ ਹੈਰਾਨ ਹੋ ਗਿਆ, ਉੱਥੋਂ ਹੀ ਪੈਦਾ ਹੋਈ ਚੀਜ਼ ਫੇਰ ਸਵਾ ਬਣ ਗਈ, ਫਿਰ ਵਾਪਸ ਚਲ ਗਈ। ਅਸੀਂ ਉਹ ਵੀ ਖਾਂਦੇ ਹਾਂ, ਉਹ ਸਭ ਵਾਪਸ ਧਰਤੀ ਚੋਂ ਕੱਢਦੇ ਪਏ ਆ, ਫਿਰ ਧਰਤੀ ਚ ਵਾਪਸ। ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਜੋ, ਉਹ ਹੌਲੀ ਹੌਲੀ ਕਰਕੇ ਉਹ ਧਰਤੀ ਚ ਵਾਪਸ ਜਾ ਰਹੀ ਹੈ, ਉੱਥੋਂ ਆਪਾਂ ਫੇਰ ਵਾਪਸ ਕੱਢ ਰਹੇ ਹਾਂ। ਨਿਜਾ ਸਾਹਿਬ ਬਿਲਕੁਲ ਇਹੀ ਤਾਂ ਚੁੱਲ੍ਹਾ ਹੈਗਾ। ਨਾਮਦੇਵ ਜੀ ਵੀ ਇਹੀ ਕਹਿ ਰਹੇ, ਕਹਿੰਦੇ ਕਿੰਨਾ ਵੱਡਾ ਚੁੱਲ੍ਹਾ ਹੈ ਮਾਲਕ ਦਾ। ਆਓ ਕਿੱਦਾਂ ਉਹ ਜਸਟ ਸੋਚੋ ਤੁਸੀਂ। ਆਪਾਂ ਕੋਈ ਗਰੰਟੀ ਨਹੀਂ ਹੈ, ਬੱਚਾ ਨਹੀਂ ਪੈਦਾ ਕਰ ਸਕਦਾ। ਕਿੱਦਾਂ ਕੁਦਰਤ ਵੇਖੋ, ਕੁਦਰਤ ਨੇ ਕਿੱਡਾ ਜ਼ਬਰਦਸਤ ਮੈਕੈਨਿਜ਼ਮ ਕੀਤਾ। ਇੱਕ ਛੋਟਾ ਜਿਹਾ ਜਿਹੜਾ ਇੰਨਾ ਛੋਟਾ ਹੈਗਾ ਹੈ ਆਂਡਾ ਮਾਂ ਦੇ ਪੇਟ ਚ, ਤੇ ਉਹਦਾ ਸ਼ੁਕਰਾਣੂ, ਉਹਦੇ ਅੰਦਰ A to Z ਪਈ ਹੈ ਚੀਜ਼। ਉਹ ਤਾਂ ਬੜਾ ਹੀ ਜ਼ਬਰਦਸਤ ਮੈਕੈਨਿਜ਼ਮ ਹੈ, ਔਰ ਬੰਦਾ ਵੇਖ ਲਓ ਅਜੇ ਵੀ ਨਹੀਂ ਮੰਨਦਾ। ਆਪਾਂ ਸਾਰੇ ਬੈਠੇ ਹਾਂ 106 ਜਣੇ, ਸਾਰੇ ਥੋੜੀ ਮੰਨਦੇ ਆ। ਕਿੱਥੇ ਮੰਨਦੇ ਆਪਾਂ ਰੱਬ ਨੂੰ? ਜੇ ਰੱਬ ਨੂੰ ਮੰਨਦੇ ਹੋਈਏ ਤੇ ਸਾਡਾ ਇੱਕ ਜੀਵਨ ਵੱਖਰਾ ਹੋਵੇ। ਅਜੇ ਤੇ ਆਪਾਂ ਅਭਿਆਸ ਕਰ ਰਹੇ ਹਾਂ, ਧਿਆਨ, ਸਿਮਰਨ, ਅਭਿਆਸ, ਕਿ ਸਾਡਾ ਮਨ ਕਨਵਿੰਸ ਹੋ ਜੇ। ਮਨ ਮੰਨਦਾ ਨਹੀਂ ਨਾ, ਇਸ ਲਈ ਤੇ ਕਹਿੰਦੇ ਸੰਗਤ ਕਰੋ ਉਹਨੂੰ। ਮਨ ਜਦੋਂ ਮੰਨ ਗਿਆ ਗੱਲ ਖਤਮ ਹੋ ਗਈ। ਮਨ ਮਾਨਾ ਤੇ ਹਰ ਜਾਣਾ। ਮਨ ਨੂੰ ਮਨਾਉਣ ਦੀ ਸਾਰੀ ਕਹਾਣੀ ਹੈ, ਕਿਉਂਕਿ ਮਨ ਨੂੰ ਭਗਤੀ ਤੋਂ ਬਾਅਦ ਤੁਸੀਂ ਪਰਮਾਤਮਾ ਚ ਲੀਨ ਹੋ ਜਾਣਾ ਹੈ, ਉਸ ਤੋਂ ਅੱਗੇ ਤਾਂ ਕੁਛ ਵੀ ਨਹੀਂ ਹੈਗਾ। ਪਰ ਭਗਤੀ ਤੱਕ ਲੈ ਕੇ ਆਉਣਾ ਮਨ ਦੇ ਲਈ ਬਹੁਤ ਵੱਡਾ ਚੈਲੰਜ ਹੈ। ਮਨ ਨੂੰ ਭਗਤੀ ਤੱਕ ਲੈ ਕੇ ਆਉਣਾ ਹੀ ਸਾਡਾ ਸਭ ਤੋਂ ਵੱਡਾ ਇੱਕ ਉਪਰਾਲਾ ਹੈ। ਔਰ ਉਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਭੂਮਿਕਾ ਨਿਭਾਉਂਦੀਆਂ ਨੇ, ਇੱਕ ਤੁਹਾਡੀ ਇੱਛਾ ਤੇ ਦੂਜੀ ਸੰਗਤ। ਕਿਉਂਕਿ ਇੱਛਾ ਕਰਨ ਦੇ ਨਾਲ ਤੁਸੀਂ ਚੰਦਰਮਾ ਤੇ ਥੋੜੀ ਪਹੁੰਚ ਜਾਓਗੇ। ਨਿਜਾ ਸਾਹਿਬ ਬਿਲਕੁਲ। ਉਹਦੇ ਲਈ ਤਾਂ ਪ੍ਰੋਪਰ ਨਾਸਾ 'ਚ ਜਾਣਾ ਪਊਗਾ ਨਾ, ਉਹਨਾਂ ਕੋਲ ਜਾਣਾ ਪਊਗਾ ਜਿਹੜੇ ਆਲਰੇਡੀ ਇਸ ਸੰਬੰਧੀ ਕੰਮ ਕਰਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਉੱਥੇ ਕਿੱਦਾਂ ਜਾਣਾ ਹੈ। ਆਲਰੇਡੀ ਉਹਨਾਂ ਨੇ ਬਹੁਤ ਵੱਡਾ ਕੰਮ ਕਰਕੇ ਰੱਖਿਆ ਹੋਇਆ। ਆਲਰੇਡੀ ਇੱਕ ਟੀਮ ਹੁੰਦੀ ਹੈ। ਇਹ ਬ੍ਰਹਮ ਦੀ ਵੀ ਏਦਾਂ ਹੀ ਟੀਮ ਹੈਗੀ ਆ। ਹੁਣ ਆਪਾਂ ਜੇਕਰ ਉੱਥੇ ਜਾਣਾ ਚਾਹੁੰਦੇ ਹਾਂ, ਬ੍ਰਹਮ ਨੂੰ ਮਿਲਣਾ ਚਾਹੁੰਦੇ ਹਾਂ, ਤੇ ਫਿਰ ਉਹਨਾਂ ਮਨੁੱਖਾਂ ਦੀ ਬਾਣੀ ਨੂੰ ਪੜ੍ਹਨਾ ਪਊਗਾ ਜਿਹੜੇ ਸਾਨੂੰ ਫਾਰਮੂਲੇ ਦੱਸ ਕੇ ਗਏ ਨੇ, ਨਾ ਕਿ ਇਹ ਲੋਕਾਂ ਦੀ ਗੱਲਾਂ ਸੁਣਨੀਆਂ ਪੈਣਗੀਆਂ ਜਿਹੜੇ ਗਏ ਨਹੀਂ ਅਜੇ, ਜਿਹੜੇ ਕਿਤਾਬਾਂ ਚੁੱਕ ਲਿਆਏ ਨੇ। ਬਿਲਕੁਲ। ਫਿਰ ਉਹਨਾਂ ਦੀ ਬਾਣੀ ਪੜ੍ਹੋਗੇ ਤੇ ਕੀ ਫਾਇਦਾ ਹੋਊਗਾ? ਉਹਨੇ ਤੇ ਕੁਛ ਹੋਰ ਬਣਾਈ ਜਾਣਾ, ਕਿਉਂਕਿ ਉਹਦੀ ਕਲਪਨਾ ਦੀ ਲਿਮਿਟ ਹੈ ਨਾ। ਉਹਨੇ ਫਿਰ ਰੱਬ ਵੀ ਉੱਥੇ ਬਣਾ ਕੇ ਬਹਿ ਜਾਣਾ, ਜਿੱਦਾਂ ਆਪਾਂ ਫਿਲਮਾਂ 'ਚ ਬਣਾਏ ਹੁੰਦੇ ਨੇ ਲੋਕਾਂ ਨੇ। ਭੂਤ ਬਣਾਉਂਦੇ, ਚੜੇਲਾਂ ਬਣਾਉਂਦੇ, ਉਸੇ ਤਰ੍ਹਾਂ ਲੋਕਾਂ ਨੇ ਰੱਬ ਬਣਾਇਆ। ਠੀਕ ਹੈ। ਦੇਖੋ ਪਤਾ ਕੀ ਹੈ ਕਿ ਇਹ ਸਫ਼ਰ ਜਿਹੜਾ ਹੈ ਬੜਾ ਸਹਿਜ ਮਾਰ ਗਿਆ। ਜਿਹੜਾ ਕਬੀਰ ਜੀ ਕਹਿੰਦੇ ਨਾ ਕਿ ਸਹਿਜ ਸਮਾਧੀ, ਆਖਰੀ ਅਵਸਥਾ ਸਾਡੀ ਜਿਹੜੀ ਹੈਗੀ ਸਹਿਜ ਸਮਾਧੀ ਆ। ਤੇ ਪਤਾ ਨੀ ਅੱਜ ਹੀ ਕਿ ਕੱਲ ਫੋਨ ਆਇਆ, ਕਹਿੰਦੇ ਵੀਰ ਜੀ ਹੁਣ ਤੇ ਚੇਤਨ ਅਵਸਥਾ ਹੀ ਰਹਿੰਦੀ ਹੈ, ਹੁਣ ਆਪਾਂ ਕਿਤੇ ਗਤੀ ਨਹੀਂ ਕਰਦੇ, ਸੁੱਤੀ ਚੜ੍ਹਦੀ ਨਹੀਂ ਹੈ। ਮੈਂ ਸੁੱਤੀ ਚੜ੍ਹਨੀ ਕਿਤੇ, ਜਿੱਥੇ ਜਾਣੀ ਉੱਥੇ ਪਹੁੰਚ ਚੁੱਕੀ ਹੈ, ਹੁਣ ਨਹੀਂ ਚੜ੍ਹਨੀ। ਕਿਉਂਕਿ ਇੱਕ ਲੈਵਲ ਹੁੰਦਾ, ਤੁਸੀਂ ਚੰਦਰਮਾ ਵੱਲ ਗਤੀ ਕਰਦੇ ਜੋ, ਜਦੋਂ ਤੁਸੀਂ ਆਤਮਾ ਤੱਤ 'ਚ ਚੱਲ ਗਏ ਨਾ, ਉਸ ਤੋਂ ਬਾਅਦ ਸੁਰਤੀ ਅੱਗੇ ਨਹੀਂ ਜਾਣੀ, ਉੱਥੇ ਰੁਕ ਜਾਣੀ ਹੈ। ਔਰ ਫਿਰ ਉਹ ਕਹਿੰਦੇ ਨੀ, ਕਬੀਰ ਜੀ ਕਹਿੰਦੇ ਮੁਕਤ ਦੁਆਰਾ ਮੋਖਲਾ ਤੇ ਸਹਿਜੇ ਆਓ ਜਾਓ। ਫਿਰ ਉੱਥੇ ਸਹਿਜੇ ਆਓ ਜਾਓ ਦਾ ਮਤਲਬ ਕਿ ਹੁਣ ਗਤੀ ਕਰਨ ਦੀ ਲੋੜ ਨਹੀਂ ਹੈ। ਜੋ ਮਨ ਦੀ ਸਥਿਤੀ ਸੀ, ਮਨ ਦਾ ਆਤਮਾ ਤੱਤ 'ਚ ਜਾਣਾ ਸੀ, ਉਹ ਕੰਮ ਪੂਰਾ ਹੋ ਗਿਆ। ਜਿੰਨਾ ਚਿਰ ਤੱਕ ਅਸੀਂ ਵਿਚਾਰ 'ਚ ਬੈਠੇ ਹਾਂ, ਉਹਨਾਂ ਚਿਰ ਤੱਕ ਅਸੀਂ ਸੰਸਾਰ 'ਚ ਬੈਠੇ। ਇੱਕ ਸਿੰਪਲ ਜੀ ਗੱਲ, ਵੈਰੀ ਕਲੀਅਰ ਦਾ ਪੁਆਇੰਟ, ਇੱਥੇ ਕੋਈ ਕਨਫਿਊਜ਼ਨ ਨਹੀਂ ਹੈ।
ਤੁਸੀਂ ਵਿਚਾਰ ਮੰਡਲ 'ਚ ਬੈਠੇ ਜੋ, ਤੁਸੀਂ ਸੰਸਾਰ 'ਚ ਬੈਠੇ। ਜਦੋਂ ਆਪਾਂ ਨਿਰਵਿਚਾਰ ਹੋ ਜਾਂਦੇ ਆ, ਆਪਾਂ ਸੰਸਾਰ ਤੋਂ ਅੱਗੇ ਚੱਲ ਜਾਂਦੇ ਆ, ਆਤਮਾ 'ਚ ਚੱਲ ਜਾਂਦੇ ਆ। ਉਹ ਆਤਮਾ ਹੈ, ਕਿਉਂਕਿ ਆਤਮਾ ਜਿਹੜੀ ਉਹ ਗਤੀਹੀਨ ਤੱਤ। ਬ੍ਰਹਮ ਦੇ ਵਿੱਚ ਜਿਹੜੀ ਤਰੰਗ ਪੈਦਾ ਹੁੰਦੀ ਆ, ਬ੍ਰਹਮ ਆਪ ਖੁਦ ਤਰੰਗ ਤੋਂ ਰਹਿਤ ਹੈ। ਉਹਦੇ ਅੰਦਰ ਤਰੰਗਾਂ ਪੈਦਾ ਹੁੰਦੀਆਂ ਨੇ। ਬ੍ਰਹਮ ਬਹੁਤ ਵੱਡਾ ਹੈ, ਮਤਲਬ ਏਡਾ ਕੁ ਵੱਡਾ ਹੈ ਕਿ ਮੈਂ ਵੱਡਾ ਵੀ ਨਹੀਂ ਕਹਿ ਸਕਦਾ, ਕਿਉਂਕਿ ਮੈਜ਼ਰਮੈਂਟ 'ਚ ਕਰਨ ਵਾਸਤੇ ਮੇਰੇ ਕੋਲ ਕੋਈ ਪੈਮਾਨਾ ਹੀ ਨਹੀਂ ਹੈਗਾ, ਮੇਰੇ ਕੋਲ ਕੋਈ ਕਿਸੇ ਕੋਲ ਵੀ ਨਹੀਂ ਹੈਗਾ। ਵੱਡਾ ਕਹਿਣ ਨਾਲ ਗੱਲ ਨਹੀਂ ਖਤਮ ਹੋ ਜਾਂਦੀ। ਆਪ ਜਸਟ ਦੇਖੋ ਆਲੇ ਦੁਆਲੇ, ਉਹਦੀ ਜਿਹੜੀ ਬੁੱਧੀ ਹੈ, ਕੈਲਕੂਲੇਸ਼ਨ ਦੇ ਨਾਲ ਉਹਨੇ ਚੀਜ਼ਾਂ ਬਣਾਈਆਂ ਨੇ। ਇੱਕ ਇੱਕ ਚੀਜ਼, ਧਰਤੀ ਦਾ ਆਕਾਰ ਕਿੱਡਾ ਹੈ, ਚੰਦਰਮਾ ਦਾ ਆਕਾਰ ਕਿੱਡਾ ਹੈ, ਸੂਰਜ ਦਾ ਆਕਾਰ ਕਿੱਡਾ ਹੈ, ਸੂਰਜ ਧਰਤੀ ਤੋਂ ਕਿੰਨਾ ਦੂਰ ਹੋਵੇਗਾ, ਕਿੰਨੀ ਦੂਰ ਤੱਕ ਧਰਤੀ ਸੂਰਜ ਦੇ ਆਲੇ ਦੁਆਲੇ ਚੱਕਰ ਲਾਊਗੀ, ਉਸ ਤੋਂ ਵੱਧ ਨਹੀਂ ਜਾ ਸਕਦੀ। ਬਾਹਰ ਚੱਲ ਜੂਗੀ ਤੇ ਇੱਥੇ ਬਰਫ਼ ਜੰਮ ਜਾਣੀ ਹੈ ਸਾਰੀ, ਲਾਗੇ ਆ ਜੂਗੀ ਤੇ ਸੜ ਜੂਗੀ। ਉੱਥੋਂ ਚੰਦਰਮਾ ਹੈ, ਗ੍ਰਹਿ ਦੇ ਨਾਲ ਗ੍ਰਹਿ ਨਹੀਂ ਟਕਰਾਉਂਦਾ। ਹੁਣ ਵੀ ਕਹਿੰਦੇ ਸੀ ਕਿ ਜਦੋਂ ਅਸੀਂ ਚੰਦਰਮਾ ਤੇ ਜਾਈਏ ਤੇ ਰਾਹ ਦੇ ਵਿੱਚ ਇੱਕ 28 ਕਿਲੋਮੀਟਰ ਦੀ ਇੱਕ ਚਟਾਨ ਪਈ ਹੈ, ਰਾਹ ਦੇ ਵਿੱਚ ਆਉਂਦੀ, ਉਹ ਵੀ ਸੌਰਮੰਡਲ ਚ ਘੁੰਮਦੀ ਧਰਤੀ ਦੇ ਬਾਹਰ। ਉਦੋਂ ਕਹਿੰਦੇ ਸੀ ਭੀਮ ਸਾਹਿਬ ਨੇ, ਕਹਿੰਦੇ ਹਾਥੀ ਨੂੰ ਪੂਛ ਤੋਂ ਫੜਿਆ ਤੇ ਤਾਂ ਸੁੱਟਿਆ ਤੇ ਹਾਥੀ ਵਾਪਸ ਨਹੀਂ ਆਏ। ਹੁਣ ਉਹ ਗੱਲ ਸੱਚ ਹੋ ਗਈ ਹੈ ਕਿ ਧਰਤੀ ਤੋਂ ਬਾਹਰ ਇੱਕ ਲਹਿਰ, ਇੱਕ ਐਟਮੋਸਫੇਅਰ ਹੈਗਾ, ਓਜ਼ੋਨ ਲਹਿਰ ਤੋਂ ਉੱਪਰ ਜੋ ਵੀ ਹੈ, ਮੈਨੂੰ ਪਤਾ ਨਹੀਂ, ਜਿੱਥੇ ਜਾ ਕੇ ਚੀਜ਼ ਨਾ ਤੇ ਉੱਪਰ ਜਾਂਦੀ ਨਾ ਥੱਲੇ ਆਉਂਦੀ, ਉੱਥੇ ਰੁਕ ਜਾਂਦੀ ਹੈ। ਉਹ ਜ਼ੀਰੋ ਲੈਵਲ ਤੁਰੀ ਜਾਣਾ ਵਾ। ਉਹ ਗ੍ਰੈਵਿਟੀ ਜਿਹੜੀ ਹੈਗੀ, ਉੱਥੇ ਗ੍ਰੈਵਿਟੀ ਧਰਤੀ ਦੀ ਖਤਮ ਹੋ ਜਾਂਦੀ ਹੈ ਤੇ ਉੱਪਰਲੀ ਵੀ ਦੋਨੋਂ ਦੀ ਨਿਊਟਰਲ ਹੋ ਜਾਂਦੀ ਹੈ। ਬਸ ਉਹ ਜ਼ੀਰੋ ਪੁਆਇੰਟ ਹੈ। ਵੇਟਲੈਸਨੈਸ ਕਹਿੰਦੇ ਹਨ। ਹਾਂ, ਤੇ ਨਿੱਜਰ ਸਾਹਿਬ ਕਹਿੰਦੇ ਕਿ ਉੱਥੇ ਜਿਹੜੀ ਚੀਜ਼ ਨੂੰ ਧੱਕਾ ਦੇ ਦਈਏ ਨਾ, ਤੇ ਉਹ ਰੁਕਣੀ ਨਹੀਂ ਆ, ਉਹ ਤੁਰੀ ਜਾਣੀ ਆ। ਬਿਲਕੁਲ ਉਸੇ ਸਪੀਡ ਤੇ ਤੁਰੀ ਜਾਊਗੀ। ਇਹ ਵੀ ਕੁਦਰਤ ਦਾ ਨਿਯਮ। ਇਹ ਕਿਹਨੇ ਬਣਾਇਆ? ਇਸ ਪਰਮਾਤਮਾ ਨੇ ਬਣਾਇਆ। ਉਸੇ ਜਗ੍ਹਾ ਤੇ ਤਾਂ ਰਾਕਟ ਛੱਡਦੇ ਆ ਤੇ ਵੇਖ ਲਓ। ਉਹ ਮਤਲਬ ਕਹਿਣ ਤੋਂ ਭਾਵ ਹੈ ਕਿ ਕਿੱਡਾ ਪਰਫੈਕਟ ਸੈਟੇਲਾਈਟ ਛੱਡਦੇ, ਗੋਰਕੀ ਸਾਹਿਬ ਸੈਟੇਲਾਈਟ ਛੱਡਦੇ ਆ ਉੱਥੇ, ਸੈਟੇਲਾਈਟ। ਹਾਂ, ਹੁਣ ਵੇਖੋ, ਮੈਂ ਕਈ ਵਾਰੀ ਵੇਖਦਾ ਵਾ, ਥੋੜਾ ਗਹਿਰਾ ਵੀ ਸੋਚੀਦਾ ਵਾ ਕਿ ਧਰਤੀ ਜਦੋਂ ਘੁੰਮਦੀ ਹੈ 2400 ਕਿਲੋਮੀਟਰ ਇਹਦੀ ਘੰਟੇ ਦੀ ਸਪੀਡ ਹੈ, ਪਰ ਇਹ ਇਕੱਲੀ ਧਰਤੀ ਨਹੀਂ ਘੁੰਮਦੀ, ਕਿੰਨਾ ਸਾਰਾ ਨਾਲ ਐਟਮੋਸਫੇਅਰ ਵੀ ਲੈ ਕੇ ਘੁੰਮਦੀ ਹੈ। ਜੇ ਨਾ ਘੁੰਮੇ ਤੇ ਤੁਹਾਡੇ ਹਵਾਈ ਜਹਾਜ਼ ਜਿਹੜੇ ਤਾਂ ਜਾਣ, ਉਹ ਕਿਤੇ ਹੋਰ ਜਗ੍ਹਾ ਤੇ ਚੱਲ ਜਾਣ। ਬਿਲਕੁਲ ਸਹੀ ਗੱਲ ਹੈ। ਉਹਦਾ ਮਕੈਨਿਜ਼ਮ ਉਹਨੂੰ ਪਤਾ ਹੈ ਕਿ ਇਹ ਜਿਹੜੇ ਬੰਦੇ ਆ, ਇਹਨਾਂ ਨੇ ਜਹਾਜ਼ਾਂ ਦਾ ਇਸਤੇਮਾਲ ਕਰਨਾ ਹੈ, ਇਹਨੂੰ ਜਹਾਜ਼ ਦੀ ਲੋੜ ਪਵੇਗੀ, ਟਰਾਂਸਪੋਰਟੇਸ਼ਨ। ਫਿਰ ਜਹਾਜ਼ ਦੇ ਲਈ ਸਪੈਸ਼ਲ ਫਿਊਲ ਦਾ ਅਰੇਂਜਮੈਂਟ ਕੀਤਾ ਹੋਇਆ। ਰੌਕਟ ਦੇ ਫਿਊਲ ਦਾ ਵੀ ਪਹਿਲਾਂ ਅਰੇਂਜਮੈਂਟ, A to Z ਬਾਣੀ ਕਹਿੰਦੀ ਨਾ, ਜੋ ਚਾਹੀਦਾ ਪਹਿਲਾਂ ਹੀ ਇੱਕੋ ਵਾਰੀ ਪਾ ਦਿੰਦਾ। ਤੋ ਇੱਥੇ ਆਪਾਂ ਚੀਜ਼ ਨੂੰ ਵਿਚਾਰ ਕਰੀਏ। ਠੀਕ ਹੈ ਨਾ ਜੀ ਸਾਹਿਬ, ਅੱਗੇ ਬੋਲੀਏ। ਅੱਜ ਤੁਕ ਜਿਹੜੀ ਆਪਾਂ, ਹਾਂਜੀ, ਪਾਣੀ ਵੱਲ ਆ ਜਾਈਏ। ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ ਕਹਿੰਦੇ, ਉਸ ਮਾਲਕ ਪਰਮਾਤਮਾ ਦਾ ਸਿਮਰਨ ਕਰੀਏ ਜਿਹੜਾ ਮਾਲਕ ਹੈਗਾ ਅਕੁਲ, ਜਿਹਦਾ ਕੋਈ ਕੁਲ ਨਹੀਂ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈਗਾ, ਔਰ ਮਾਇਆ ਤੋਂ ਰਹਿਤ ਹੈਗਾ, ਕਾਲਕ ਤੋਂ ਰਹਿਤ ਹੈਗਾ। ਭਗਤ ਦਾਨ ਦੀਜੈ ਜਾਚੈ ਸੰਤ ਜਨ ਮਾਲਕ ਨੂੰ ਕੀ ਕਹਿੰਦੇ ਆ? ਕਹਿੰਦੇ ਸਾਨੂੰ ਭਗਤੀ ਦਾ ਦਾਨ ਦੇ ਮਾਲਕਾ। ਇਹ ਸੰਤ ਜਨਾਂ ਦੀ ਜਾਚਨਾ ਹੈਗੀ। ਰਹਾਓ ਜਿਹੜੇ ਬੁੱਧੀਮਾਨ ਲੋਕੀ ਹੈਗੇ। ਜਾਂਚੇ ਘਰ ਦਿੱਗ ਦਿਸੈ ਸਰਾਇਚਾ, ਕਹਿੰਦੇ ਉਹਦਾ ਘਰ ਕੀ ਹੈ ਮਾਲਕ ਦਾ? ਕਹਿੰਦੇ ਐਡਾ ਵੱਡਾ ਜਿਹੜਾ ਹੈਗਾ, 4 ਦਿਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਸ਼ਾਮੀਆਨਾ ਲੱਗਿਆ ਹੋਇਆ ਉਹਦਾ, ਚਾਰੋਂ ਪਾਸੇ ਮਾਲਕ ਦਾ ਐਸਾ ਗੋਲ ਸ਼ਾਮੀਆਨਾ ਹੈ ਮਾਲਕ ਪਰਮਾਤਮਾ ਦਾ। ਚਾਰੋਂ ਪਾਸੇ ਜਿੱਧਰੋਂ ਦੇਖੋ ਸਾਰਾ ਸ਼ਾਮੀਆਨਾ ਹੀ ਨਜ਼ਰ ਆਉਂਦਾ ਹੈ, ਹਰੇਕ ਦਿਸ਼ਾ ਦੇ ਵਿੱਚ। ਇਹ ਉਹਦਾ ਘਰ ਬੈਕੁੰਠ ਭਵਨ ਚਿੱਤਰਸਾਲਾ, ਆਹ ਸਾਰਾ ਇਹਦੇ ਵਿੱਚ ਬੈਕੁੰਠ ਮਾਲਕ ਪਰਮਾਤਮਾ ਆਪ ਵਸ ਰਿਹਾ ਹੈ। ਇਹ ਚਿੱਤਰਸਾਲਾ ਦੇ ਵਿੱਚ, ਇਹ ਧਰਤ ਪਤਾਲ ਆਕਾਸ਼ ਜਿਹੜੀ ਹੈਗੀ, ਇਹ ਸ੍ਰਿਸ਼ਟੀ ਜਿਹੜੀ ਇਹਦੇ ਵਿੱਚ, ਉਹ ਮਾਲਕ ਪਰਮਾਤਮਾ ਆਪ ਵਸ ਰਿਹਾ ਹੈ। ਸਪਤ ਲੋਕ ਸਾਮਾਨ ਪੂਰੀ ਹਲੇ, ਕਹਿੰਦੇ ਸਪਤ ਲੋਕ, 7 ਲੋਕ ਕਹਿੰਦੇ ਹਰ ਜਗ੍ਹਾ ਤੇ ਜਿੱਥੇ ਵੀ ਹੈਗਾ ਸ੍ਰਿਸ਼ਟੀ ਹੈਗੀ, ਸਮਾਨ ਰੂਪ ਦੇ ਵਿੱਚ ਮਾਲਕ ਪਰਮਾਤਮਾ ਪੂਰਨ ਰੂਪ ਦੇ ਵਿੱਚ ਰਮਿਆ ਹੋਇਆ ਹੈ। ਹਾਂਜੀ ਗੋਰਕੀ ਸਾਹਿਬ। ਹਾਂਜੀ, ਮੈਂ ਲਾਸਟ ਤੁਕ ਦੀ ਕਥਾ ਕਰਾਂਗਾ। ਜਾ ਕੇ ਘਰ ਦਿੱਗ ਦਿਸ਼ੇ ਸਰਾਇਚਾ,
ਬੈਕੁੰਠ ਭਵਨ ਚਿੱਤਰਸਾਲ ਸ਼ਪਤ ਲੋਕ ਸਮਾਨ ਪੂਰੀ ਪੂਰੀ ਹੈ। ਗੱਲ ਹੈ। ਠੀਕ ਹੈ, ਉਹ ਇੱਕ ਉਹ ਕਹਿੰਦੇ ਕਿ ਇੱਕ ਸਮਾਨ ਹੈ ਉਹ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜਦੋਂ ਤੇ ਤੁਸੀਂ ਚਿੱਤ ਦੇ ਵਿੱਚ ਆਪਣੀ ਸੁਰਤੀ ਨੂੰ ਦੇਖੋ, ਉਹ ਜਿਹੜੀ ਸੱਤਾ ਹੈ ਉਹ ਸੱਤਾ ਦੇ ਵਿੱਚ ਕੁਛ ਵੀ ਨਹੀਂ ਹੈਗਾ। ਨਾ ਉੱਥੇ ਚੰਦਰਮਾ, ਨਾ ਉੱਥੇ ਸੂਰਜ, ਨਾ ਉੱਥੇ ਸਮਾਂ। ਤੁਸੀਂ ਵੀ ਇੱਕ ਚੇਤਨਾ ਦੇ ਰੂਪ ਚ, ਇੱਕ ਸੁਰਤੀ ਦੇ ਰੂਪ ਚ ਉੱਥੇ ਜਾਂਦੇ। ਤੁਸੀਂ ਮਾੜਾ ਜਿਹਾ ਆਪਣੀ ਹੋਂਦ ਬਣਾਉਣ ਦੀ ਕੋਸ਼ਿਸ਼ ਕੀਤੀ, ਨਾਲ ਹੀ ਤੁਸੀਂ ਉੱਥੋਂ ਆਤਮਾ ਤੱਤ ਤੋਂ ਬਾਹਰ ਆ ਜਾਂਦੇ। ਸ਼ੁਰੂ ਚ ਤੁਸੀਂ ਵੇਖੋ ਤੁਹਾਡੀ ਸੁਰਤੀ ਬਹੁਤ ਫਾਸਟ ਜਾਂਦੀ ਹੈ, ਬਹੁਤ ਸਪੀਡ ਨਾਲ ਜਾਂਦੀ ਹੈ, ਬਹੁਤ। ਦੇਖੋ ਕਿੰਨਾ ਟਰੈਵਲ ਕਰਦੀ ਆ ਉੱਥੇ ਪਹੁੰਚਣ ਦੇ ਲਈ। ਤੁਸੀਂ ਇੱਕ ਦਿਨ ਚ ਥੋੜੀ ਪਹੁੰਚ ਜਾਂਦੇ ਜੀ, ਬਹੁਤ ਟਾਈਮ ਲੱਗਦਾ। ਇਸ ਲਈ 2-2.5 ਸਾਲ ਲੱਗ ਜਾਂਦੇ ਜੇ ਤੁਸੀਂ ਪੂਰੀ ਜ਼ਬਰਦਸਤ ਸਾਧਨਾ ਕਰਦੇ ਜੋ, ਪਲੱਸ ਆਪਣੀਆਂ ਹਰਕਤਾਂ ਵੀ ਸੁਧਾਰਦੇ ਜੋ। ਜੇਕਰ ਤੁਸੀਂ ਬਾਹਰਲੀ ਹਰਕਤਾਂ ਨਹੀਂ ਸੁਧਾਰਦੇ, ਸਾਧਨਾ ਓਨੀ ਜ਼ਿਆਦਾ ਲੰਬੀ ਹੋ ਜਾਣੀ ਹੈ ਤੁਹਾਡੀ। ਦੇਖੋ ਜਿੱਦਾਂ ਕੋਈ ਚੀਜ਼ ਖਤਰਾ ਆਉਂਦਾ ਨਾ ਵਿੱਚ, ਜੇ ਕਹਿੰਦੇ ਕਿ ਬਾਹਰੋਂ ਪੱਥਰ ਆਉਣਾ ਹੈ ਧਰਤੀ ਵੱਲ, ਉਹਨੂੰ ਪੱਥਰ ਨੂੰ ਬਾਹਰੋਂ ਤੋੜਿਆ ਜਾ ਸਕਦਾ ਹੈ ਰਾਹ ਦੇ ਵਿੱਚ ਕਿਸੇ ਚੀਜ਼ ਦੇ ਰਾਹੀਂ। ਕੋਈ ਵੀ ਖਤਰਾ ਸਾਡੇ ਵੱਲ ਵੱਧਦਾ ਤੇ ਅਸੀਂ ਇਹਨੂੰ ਤੋੜ ਸਕਦੇ ਹਾਂ ਨਾ। ਜਿੱਦਾਂ ਬੰਬ ਨਹੀਂ ਡਿੱਗਦਾ ਤੇ ਬੰਬ ਨੂੰ ਰਾਹ 'ਚ ਹੀ ਵਿਸਫੋਟ ਕੀਤਾ ਜਾ ਸਕਦਾ। ਏਦਾਂ ਦੀ ਐਂਟੀ ਮਿਜ਼ਾਈਲ ਬਣੀਆਂ ਹੋਈਆਂ। ਇਸੇ ਹੀ ਤਰ੍ਹਾਂ ਨਾਮ ਹੈ। ਤੁਸੀਂ ਬੱਚੋ ਭਗਤੀ ਕਰਦੇ ਜੋ, ਇਹ ਨਾ ਸੋਚੋ ਕਿ ਤੁਹਾਡੀ ਭਗਤੀ ਜਿਹੜੀ ਐਵੇਂ ਜਾਊਗੀ। ਇਸਨੇ ਜਿਹੜਾ ਕਾਲ ਆ ਰਿਹਾ ਹੈ ਨਾ ਤੁਹਾਡੇ ਨੇ, ਜੋ ਤੁਸੀਂ ਕਾਲ ਨੂੰ ਪਹਿਲਾਂ ਇਕੱਠਾ ਕੀਤਾ, ਜਿੱਦਾਂ ਦਾ ਮਤਲਬ ਮੰਨ ਲਓ ਪੱਥਰ ਹੈ, ਇੱਕ 20-25 ਕਿਲੋ ਦਾ ਪੱਥਰ ਮੈਂ ਤਿਆਰ ਕੀਤਾ ਹੈ ਕਰਮਾਂ ਦੇ ਨਾਲ, ਉਹ ਮੇਰੇ ਤੇ ਆ ਕੇ ਡਿੱਗਣਾ ਹੈ। ਹੁਣ ਉਸ ਨੂੰ ਤੋੜਨ ਦੇ ਲਈ ਮੈਨੂੰ ਨਾਮ ਜਪਣਾ ਪੈਣਾ ਹੈ। ਨਾਮ ਜਪਦਾ ਹੈ, ਉਹਦੀ ਪਾਵਰ ਘਟਦੀ ਹੈ, ਛੋਟਾ ਹੁੰਦਾ। ਇਸੇ ਲਈ ਉਹ ਕਹਿੰਦੇ ਨਾ ਕਿ ਸੂਈ ਤੋਂ ਸੂਲ ਤੋਂ ਕੀ ਸੂਈ ਬਣਾਤੀ, ਕਿਦਾਂ ਦੀ ਕਹਾਵਤ ਨਹੀਂ ਹੈਗੀ ਨਜ਼ਰ। ਸੂਲੀ ਤੋਂ ਸੂਈ, ਹਾਂ ਨਹੀਂ ਸੂਲ ਤੋਂ ਪਹਿਲੀ ਸੂਈ ਏਦਾਂ ਦੀ ਨਹੀਂ ਸੂਲੀ ਤੋਂ ਸੂਲੀ ਹੀ ਸੂਈ, ਕਹੇ ਦੀ। ਹਾਂ ਸੂਲੀ ਦਾ ਸੂਲੀ ਹੀ ਕਹੇ ਤੇ ਹਾਂ ਸੂਲ ਬਣਾਤੀ। ਹਾਂ ਬਿਲਕੁਲ, ਮਾੜਾ ਉਹ ਘਟਾ ਦਿੰਦਾ ਹੈ ਮਾਲਕ ਪਰਮਾਤਮਾ। ਇੰਨਾ ਲੇਖਾ ਇੰਨਾ ਵੱਡਾ ਸੀਗਾ ਉਹ ਸੂਲੀ ਜਿੰਨਾ। ਸੂਲੀ ਦਾ ਜਿਹੜਾ ਹੈਗਾ ਤਕਲੀਫ, ਜਿਹੜੀ ਸੂਈ ਦੇ ਨਾਲ ਸੂਈ ਚੁਭੋ ਕੇ ਹੀ ਖਤਮ ਕਰਤੀ ਮਾਲਕ ਨੇ। ਹਾਂਜੀ ਵੀਰ। ਹਾਂ, ਇਹ ਤੁਹਾਡੀ ਧਿਆਨ ਸਿਮਰਨ ਦੇ ਵਿੱਚ ਇੰਨੀ ਸ਼ਕਤੀ ਹੈ। ਜਦੋਂ ਆਪ ਬੰਦਗੀ ਕਰਦੇ ਜੋ, ਉਹ ਜਿਹੜੀ ਚੀਜ਼ ਨੇ ਰਿਡਿਊਸ ਹੋਣਾ ਵਾ, ਪਰ ਸਾਨੂੰ ਨਹੀਂ ਪਤਾ ਲੱਗਦਾ। ਅਸੀਂ ਸੋਚਦੇ ਹਾਂ ਕਿ ਕੁਛ ਵੀ ਨਹੀਂ ਹੋਇਆ, ਕਿਉਂਕਿ ਉਹ ਸਭ ਸੂਖਮ ਜਗਤ 'ਚ ਹੈ। ਕੋਈ ਚੀਜ਼ ਸਾਡੇ ਹਲ ਆ ਰਹੀ ਸੀ ਪਰ ਕੋਈ ਬਹੁਤ ਵੱਡੇ ਰੂਪ 'ਚ ਸੀ। ਪਰ ਪਰਮਾਤਮਾ ਕੀ ਕਰਦਾ ਹੈ ਕਿ ਉਸ ਇੱਕ ਏਦਾਂ ਦਾ ਮੈਕੈਨਿਜ਼ਮ ਬਣਾਇਆ ਹੈ ਕਿ ਜੇ ਬੰਦਾ ਕੋਈ ਭਗਤੀ ਕਰਦਾ ਹੈ ਇਹਨਾਂ ਮਾਇਆ ਦੇ ਪ੍ਰਤਾਪ ਦੇ ਵਿੱਚ, ਤੇ ਉਹਦੇ ਵੱਲ ਜਿਹੜੀ ਚੀਜ਼ ਆਉਂਦੀ ਆ ਉਹਦੀ ਪਾਵਰ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਸੱਚ ਹੈਗਾ ਜੀ। ਜੇਕਰ ਤੁਹਾਡੇ ਜੀਵਨ 'ਚ ਬਹੁਤ ਦੁੱਖ ਆ ਤੇ ਜੇ ਤੁਸੀਂ ਭਗਤੀ ਕਰਦੇ ਜੋ, ਉਹਦੇ ਨਾਲ ਤੁਹਾਡਾ ਦੁੱਖ ਘਟਣਾ ਸ਼ੁਰੂ ਹੁੰਦਾ ਹੈ ਕੁਦਰਤੀ ਤੌਰ ਤੇ। ਜਿੱਦਾਂ ਆਪਾਂ ਬਿਮਾਰ ਹੋਈਏ ਤੇ ਆਪਾਂ ਦਵਾਈ ਖਾਂਦੇ ਆ ਨਾ, ਤੇ ਸਾਡੇ ਸਰੀਰ 'ਚ ਉਹ ਬਿਮਾਰੀ ਛੇਤੀ ਜਾਣੀ ਨਹੀਂ ਹੁੰਦੀ, ਪਰ ਉਹ ਜਿਹੜੀ ਦਵਾਈ ਆ ਉਹ ਸਾਡੇ ਸਰੀਰ 'ਚੋਂ ਬਿਮਾਰੀ ਨੂੰ ਨਜਸਾ ਪਹਿਲਾਂ ਹੀ ਖਤਮ ਕਰ ਦਿੰਦੀ ਹੈ। ਬਿਲਕੁਲ ਏਦਾਂ ਦੇ ਹਾਲਾਤ ਪੈਦਾ ਕਰ ਦਿੰਦੀ ਬੋਡੀ 'ਚ। ਇਹੋ ਹਿਸਾਬ ਸਾਡਾ ਹੈ। ਭਗਤੀ ਵੀ ਸਾਡੇ ਕਰਮਾਂ। ਵੀਰ ਜੀ ਸੰਸਕਾਰ। ਵੀਰ ਜੀ ਮੈਂ ਇੱਕ ਇਹਦੇ ਚ ਐਡ ਕਰਨਾ ਚਾਹ ਰਿਹਾ ਸੀ। ਇਹਦੇ ਚ ਕਹਿੰਦੇ ਜੀ ਉਹ ਗੁਰੂ ਅਰਜਨ ਦੇਵ ਜੀ ਕਹਿੰਦੇ ਤਾਤੀ ਵਾਓ ਨਾ ਲੱਗੇ। ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਇਹ ਗੁਰਬਾਣੀ ਇਹਦੀ ਉਹ ਪ੍ਰੋਟਤਾ ਕਰੀ, ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀਆ ਐਸੀ ਦਵਾਈ ਦਿੱਤੀ ਹੈ ਕੱਲ ਲਾਈ ਰਾਖ ਲਿਏ ਤਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ। ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹ ਗੁਰਬਾਣੀ ਇਹਨ ਮੈਨੂੰ ਦੱਸ ਰਹੀ ਹੈ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਦੇਖੋ ਸਾਧ ਸੰਗਤ ਜੀ, ਜਦੋਂ ਆਪਾਂ ਬੰਦਗੀ ਕਰਦੇ ਹਾਂ, ਉਹਦੇ ਨਾਲ ਸਾਡੇ ਜੀਵਨ 'ਚ ਉਚਾਈ ਆਉਂਦੀ, ਸਾਨੂੰ ਗਿਆਨ ਹੁੰਦਾ ਹੈ। ਸਾਨੂੰ ਜਿਹੜਾ ਗਿਆਨ ਹੈ ਨਾ, ਉਹ ਗਿਆਨ ਜਿੰਨਾ ਚਿਰ ਤੱਕ ਨਹੀਂ ਨਾ ਪ੍ਰਾਪਤ ਹੋਇਆ, ਉਹਨਾਂ ਚਿਰ ਤੱਕ ਇਸ ਮਰਨ ਜੰਮਣ ਦੀ ਖੇਡ 'ਚੋਂ ਆਪਾਂ ਨਾ ਬਾਹਰ ਨਹੀਂ ਆ ਸਕਦੇ। ਇਹ ਗਰੰਟੀ ਹੈ। ਇਹਦੇ ਵਿੱਚ ਦੋ ਰਿਆਂ ਬਿਲਕੁਲ ਨਹੀਂ ਹੈਗੀਆਂ। ਹੁਣ ਇੱਕ ਚੀਜ਼ ਆ, ਆਪਾਂ ਬਿਮਾਰ ਹੁੰਦੇ ਆ ਤੇ ਬਿਮਾਰੀ ਦੇ ਬਾਰੇ ਜਦੋਂ ਆਪਾਂ ਸੋਚਦੇ ਹਾਂ ਕਿ ਇਸ ਬਿਮਾਰੀ ਨੂੰ ਖਤਮ ਕਰਨਾ ਨਜਸਾ, ਉਸ ਤੋਂ ਬਾਅਦ ਹੀ ਆਪਾਂ ਇਲਾਜ ਵੱਲ ਭੱਜਦੇ ਹਾਂ ਨਾ। ਬਿਲਕੁਲ, ਕਿਉਂਕਿ ਓਦਾਂ ਹੀ ਆਪਾਂ ਭੱਜ ਪੈਂਦੇ ਹਾਂ।
ਨਹੀਂ ਪਹਿਲਾਂ ਬਿਮਾਰੀ ਜਿਹੜੇ ਪਤਾ। ਜਿਹੜੇ ਨਹੀਂ ਇਲਾਜ ਕਰਾਉਂਦੇ ਨਿੱਜਾ ਸਾਹਿਬ, ਉਹ ਤਾਂ ਬਿਮਾਰੀ ਨਾਲ ਤੁਰੇ ਫਿਰਦੇ ਮੁੜ ਕੇ। ਬਿਲਕੁਲ। ਇਸੇ ਤਰ੍ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਮੇਰਾ ਮਨ ਬਿਮਾਰ ਆ, ਤੇ ਫਿਰ ਇਹਦਾ ਇਲਾਜ ਵੀ ਹੋ ਸਕਦਾ। ਤੇ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਚੰਗੇ ਬਣੇ ਆ, ਤੇ ਫਿਰ ਇਹਦਾ ਇਲਾਜ ਕਰਨਾ ਬੜਾ ਔਖਾ। ਹੁਣ ਡਾਕਟਰ ਕੋਲ ਆਪਾਂ ਜਦੋਂ ਜਾਵਾਂਗੇ ਤਾਂ ਹੀ ਤੇ ਡਾਕਟਰ ਇਲਾਜ ਕਰਦਾ ਹੈ ਨਾ। ਹੁਣ ਗੁਰਬਾਣੀ ਦੇ ਤੌਰ ਤੇ ਆਪਾਂ ਇੱਕ ਸਾਨੂੰ ਡਾਕਟਰ ਮਿਲਿਆ, ਇਹ ਡਾਕਟਰ ਸਾਡਾ ਇਲਾਜ ਕਰਨਾ ਚਾਹੁੰਦਾ। ਪਰ ਜੇ ਅਸੀਂ ਸੋਚੀਏ ਕਿ ਅਸੀਂ ਤੰਦਰੁਸਤ ਹੈਗੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੜੇ ਵਧੀਆ ਨੇ, ਤੇ ਫਿਰ ਤੇ ਨਿੱਜਰ ਸਾਹਿਬ ਇਲਾਜ ਕਾਫੀ ਔਖਾ ਹੋ ਜਾਣਾ। ਬਿਲਕੁਲ। ਹਾਂਜੀ, ਅੱਗੇ ਚੱਲੀਏ ਨਿੱਜਰ ਸਾਹਿਬ। ਅੱਗੇ ਦੱਸ ਰਹੇ, ਕਹਿੰਦੇ ਜਾਚੇ ਘਰੇ ਲక్ష్ਮੀ ਕੁਵਾਰੀ, ਕਹਿੰਦੇ ਐਸੀ ਮਾਇਆ ਮਾਲਕ ਨੇ ਬਣਾਈ ਹੋਈ ਆ, ਹਮੇਸ਼ਾ ਹੀ ਜਵਾਨ ਰਹਿੰਦੀ ਆ। ਉਹ ਐਸੀ ਲక్ష్ਮੀ ਹੈਗੀ ਹੈ ਭਾਈ। ਇਹ ਜਿਹੜੇ ਚੋਗੇ ਸਵਾਦ ਰਸਕਸ ਜੋ ਦੁਨੀਆ ਦੇ ਵਿੱਚ ਹੈਗੇ, ਸਾਰੇ ਇਸ ਤਰ੍ਹਾਂ ਹੀ ਰਹਿਣੇ ਆ। ਚੰਦ ਸੂਰਜ ਦੀਵੜੇ ਦੇਖ ਲਓ, ਚੰਦ ਤੇ ਸੂਰਜ ਜਿਹੜੇ, ਇਹਨਾਂ ਦੀ ਕਿੰਨੀ ਲਾਈਫ ਹੈ। ਮਾਲਕ ਪਰਮਾਤਮਾ ਨੇ ਐਸੇ ਦੀਵੇ ਜਗਾਏ ਹੋਏ ਆ। ਕੌਤਕ ਕਾਲ ਬਪੜਾ ਕੋਟਵਾਲ, ਕਿੰਨਾ ਆਸ਼ਚਰਜਨਕ ਕੌਤਕ ਹੈ ਮਾਲਕ ਪਰਮਾਤਮਾ ਦਾ। ਔਰ ਕਾਲ ਜਿਹੜਾ ਬਣਾਇਆ ਹੋਇਆ ਹੈ, ਕਾਲ ਬਪੜਾ ਵਿਚਾਰਾ, ਇਹ ਕਹਿੰਦਾ ਇੰਚਾਰਜ ਹੈਗਾ ਭਾਈ ਕੋਤਵਾਲੀ ਦਾ। ਆ ਜਿਹੜੀ ਕੋਤਵਾਲੀ ਹੈਗੀ ਦੁਨੀਆ 'ਚ, ਜਿਹੜੇ ਜੀਵ ਹੈਗੇ, ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਸਹੀ ਰਸਤੇ ਤੇ ਲਿਜਾਣ ਵਾਲਾ, ਇਹਨਾਂ ਦੇ ਉੱਤੇ ਰੂਲਸ ਰੈਗੂਲੇਸ਼ਨ ਜਿਹੜੇ ਹੈਗੇ ਕਾਲ ਦੇ ਚੱਲਦੇ ਆ। ਕਾਲ ਬਪੜਾ ਕੋਟਵਾਲ ਸੋ ਕਰਾ ਸਿਰੀ, ਕੀ ਕਰਦਾ ਹੈ ਉਹ ਟੈਕਸ ਸਾਰਿਆਂ ਦੇ ਸਿਰ ਤੇ, ਇੰਡੀਵਿਜੂਅਲ ਹਰੇਕ ਦੇ ਕਾਰਨਾਮੇ ਦੇਖਦਾ ਹੈ, ਔਰ ਉਹਨਾਂ ਦੇ ਇਨਸਾਫ ਦੇ ਨਾਲ ਜਿਹੜਾ ਹੈਗਾ ਟੈਕਸ ਲੈਂਦਾ ਹੈ ਉਹਨਾਂ ਕੋਲੋਂ। ਜਿਸ ਤਰ੍ਹਾਂ ਉਹ ਦੁਨੀਆ ਦੇ ਵਿੱਚ ਵਿਚਰ ਰਹੇ, ਜੋ ਕੀਤਾ ਹੈ ਉਹਨਾਂ ਨੇ, ਜੋ ਸਵਾਦ ਚੋਗੇ, ਜਿਸ ਤਰ੍ਹਾਂ ਉਹਨਾਂ ਨੇ ਯੂਜ਼ ਕੀਤੇ ਆ, ਉਸੇ ਹਿਸਾਬ ਦੇ ਨਾਲ ਉਹਨਾਂ ਦਾ ਸਵਾਸ, ਉਹਨਾਂ ਦੇ ਟੈਕਸ ਲੈ ਲੈਂਦਾ ਉਹ। ਸੋ ਐਸਾ ਰਾਜਾ ਸ੍ਰੀ ਨਰਹਰੀ, ਇਹੋ ਜਿਹਾ ਰਾਜਾ ਹੈਗਾ ਭਾਈ ਸਾਰੇ ਜੀਵਾਂ ਦੇ ਉੱਤੇ ਮਾਲਕ ਪਰਮਾਤਮਾ। ਹਾਂਜੀ ਵੀਰ ਜੀ। ਹੁਣ ਦੇਖੋ, ਕਹਿੰਦੇ ਆ ਕਿ ਲక్ష్ਮੀ ਹੈ, ਉਹ ਕੁਆਰੀ ਆ, ਬੁੱਢੀ ਨਹੀਂ ਹੁੰਦੀ। ਬੁੱਢੀ ਕਿੱਥੇ ਹੋਣੀ? ਤੁਸੀਂ ਵੇਖੋ ਤੁਹਾਡੇ ਲਾਗੇ ਕੁੱਚੀ ਬੁੱਢੀ ਹੋ ਰਹੀ ਹੈ, ਕੁਛ ਵੀ ਨਹੀਂ ਬੁੱਢਾ ਹੋਣਾ। ਕ੍ਰੋਧ ਬੁੱਢਾ ਹੁੰਦਾ, ਕਾਮ ਬੁੱਢਾ ਹੁੰਦਾ, ਲੋਭ ਬੁੱਢਾ ਹੁੰਦਾ, ਮੋਹ ਬੁੱਢਾ ਹੁੰਦਾ। ਦੱਸੋ ਮੈਂ, ਬਾਣੀ ਇਸ ਲਈ ਕਹਿੰਦੀ ਹੈ ਸਰਬ ਜਗਤ ਕਾ ਰਾਜਾ ਤੂੰ, ਕਿ ਤੇਰੇ ਮਨ 'ਚ ਕਨਫਿਊਜ਼ਨ ਨਾ ਹੋ ਜਾਏ, ਤੂੰ ਕਿਤੇ ਇਹ ਨਾ ਸੋਚੇ ਕਿ ਉਹ ਫਲਾਣੀ ਚੀਜ਼ ਨਹੀਂ ਮਿਲੀ ਇਸ ਕਰਕੇ ਮੈਂ ਦੁਖੀ ਹਾਂ। ਤੂੰ ਜਿਸ ਔਰਤ ਜਾਂ ਜਿਸ ਮਰਦ ਦੀ ਇੱਛਾ ਕਰ ਰਿਹਾ ਹੈ ਨਾ, ਤੈਨੂੰ ਉਹ ਵੀ ਮਿਲ ਜਾਏਗਾ। ਤੂੰ ਫਿਰ ਇਸੇ ਤਰ੍ਹਾਂ ਹੀ ਬੈਠੇ ਰਹਿਣਾ, ਕਿਉਂਕਿ ਇਹ ਤੇਰੇ ਮਨ ਦੀ ਬਿਮਾਰੀ ਆ। ਤੂੰ ਇਹਨੂੰ ਪ੍ਰੋਜੈਕਟ ਕਰ ਰਿਹਾ, ਮੈਨੂੰ ਉਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਇਹ ਜਸਟ ਤੇਰੇ ਅੰਦਰ ਇੱਕ ਪ੍ਰੋਜੈਕਸ਼ਨ ਚੱਲ ਰਹੀ ਹੈ। ਤੇਰਾ ਮਨ ਜਿਹੜਾ ਹੈ ਉਹ ਗਤੀ 'ਚ ਹੈ। ਤੈਨੂੰ ਸੁੱਖ ਉਦੋਂ ਮਿਲਣਾ ਜਦੋਂ ਤੇਰਾ ਮਨ ਠਹਿਰ ਜਾਏਗਾ। ਸਮਾਧੀ, ਸਹਿਜ ਸਮਾਧੀ ਭਾਈ, ਸਾਧੂ ਸਹਿਜ ਸਮਾਧੀ। ਜਿੰਨਾ ਚਿਰ ਤੱਕ ਸਾਨੂੰ ਸਹਿਜ ਸਮਾਧੀ ਨਹੀਂ ਮਿਲਦੀ, ਬਸ ਤੁਰੇ ਰਹੋ, ਬਸ ਤੁਰੇ ਰਹੋ। ਜਿੱਦਾਂ ਸੂਰਜ ਘੁੰਮ ਰਿਹਾ, ਧਰਤੀਆਂ ਘੁੰਮ ਰਹੀਆਂ, ਆਪਾਂ ਵੀ ਘੁੰਮੀ ਜਾਣ। ਕੋਈ ਅੰਤ ਨਹੀਂ, ਅੰਤਹੀਨ ਜਗਤ। ਇਹ ਤੇ ਭਲਾ ਹੋਏ ਉਹਨਾਂ ਬ੍ਰਹਮ ਗਿਆਨੀਆਂ ਦਾ ਜਿਹੜੇ ਲਿਖ ਕੇ ਨੇ ਸਾਡੇ ਲਈ, ਸਾਨੂੰ ਸਮਝਾ ਗਏ। ਚਲੋ ਕਿਸੇ ਦਾ ਤਾਂ ਪਤਾ ਨਹੀਂ, ਕਮ ਸੇ ਕਮ ਆਪਾਂ ਤਾਂ ਨਿਕਲੀ। ਮੈਂ ਤੇ ਕੁਛ ਸੋਚਦਾ, ਇਸ ਸੰਸਾਰ ਦੇ ਵਿੱਚ ਮਨ ਦਾ ਠਹਿਰ ਜਾਣਾ ਬਹੁਤ ਵੱਡੀ ਗੱਲ ਹੈ। ਉਹੀ ਸਮਾਧੀ ਹੈ, ਸਹਿਜ ਸਮਾਧੀ। ਜਿੰਨਾ ਚਿਰ ਤੱਕ ਆਪਾਂ ਮਨ ਨੂੰ ਰੋਕ ਰਹੇ ਹਾਂ, ਅਜੇ ਮਤਲਬ ਕਿ ਅਜੇ ਪ੍ਰੋਸੈਸ ਦੇ ਵਿੱਚ, ਜਿੱਦਣ ਮਨ ਠਹਿਰ ਗਿਆ ਸਮਝ ਲਓ ਤੁਹਾਨੂੰ ਸਹਿਜ ਸਮਾਧੀ ਪ੍ਰਾਪਤ ਹੋ। ਬਹੁਤ ਵੱਡੀ ਗੱਲ। ਇਹ ਮਨ ਜਿਹੜਾ ਹੈ ਨਾ, ਮਨ ਰੁਕਦਾ ਨਹੀਂ। ਇਹਨੂੰ ਰੋਕਣ ਦੇ ਲਈ ਉਪਾਰ ਸਰੂਪੀ ਆਤਮਾ ਚਾਹੀਦੀ ਹੈ। ਆਤਮਾ, ਪਰਮਾਤਮਾ। ਉਸ ਪਰਮਾਤਮਾ ਨੂੰ ਜਾਣਨ ਦੇ ਲਈ ਧਿਆਨ ਤੇ ਸਿਮਰਨ ਤੇ ਸੰਗਤ, ਛੋਟੀ ਦੀ ਸੰਗਤ ਚਾਹੀਦੀ ਹੈ, ਮਾੜੀ ਮੋਟੀ ਸੰਗਤ ਦੇ ਬਾਕੀ ਗੱਲ ਨਹੀਂ। ਇਹ ਗੱਲ ਬਿਲਕੁਲ ਮੈਂ ਕਲੀਅਰ ਕਰ ਦੇਣਾ ਚਾਹੀਦਾ। ਆਤਮ ਗਿਆਨੀ ਸੰਗਤ ਤੇ, ਕਿਉਂਕਿ ਆਤਮਾ ਦਾ ਰਸਤਾ ਦੱਸਣ ਦੇ ਲਈ ਆਤਮਾ ਦੇ ਬੰਦੇ ਚਾਹੀਦੇ, ਗਾਈਡ। ਕੋਈ ਸੰਗਤ ਏਦਾਂ ਦੀ ਹੋਣ ਜਿਹੜੀ ਹਰ ਦਿਨ ਤੁਹਾਡੇ ਅੰਦਰ ਉਹ ਥੋੜਾ ਗਿਆਨ ਪਾਵੇ। ਜਿੱਦਾਂ ਬੱਚਾ ਇੱਕਦਮ ਡਾਕਟਰ ਇੰਜੀਨੀਅਰ ਨਹੀਂ ਬਣਦਾ, ਇਸੇ ਲਈ ਹੀ ਆਤਮ ਗਿਆਨੀ ਬਣਨ ਦੇ ਲਈ ਇੱਕ ਸਾਧਨਾ ਹੈ, ਇੱਕ ਵਿਧੀ ਹੈ, ਇੱਕ ਗਿਆਨ ਹੈ, ਜਿਸ ਦੇ ਰਾਹੀਂ ਤੁਹਾਡੇ ਅੰਦਰ ਸਫਾਈ ਹੋਣੀ ਹੈ। ਦੇਖੋ ਤੁਸੀਂ ਅੰਦਰ ਕਿੰਨੀ ਸਫਾਈ ਹੋ ਰਹੀ ਹੈ।
ਕਿੰਨੇ ਔਗਣ ਜਿਹੜੇ ਆ ਉਹ ਛੁੱਟ ਰਹੇ ਨੇ, ਚੰਗਿਆਈ ਜੀਵਨ ਚ ਆ ਰਹੀ ਹੈ, ਇਹ ਸਭ ਸੰਗਤ ਦੇ ਕਰਕੇ ਆਉਂਦਾ। ਸੰਗਤ ਕਿਉਂ? ਕਿਉਂਕਿ ਪ੍ਰਮਾਤਮਾ ਨੇ ਬਣਾਇਆ ਹੀ ਸਿਸਟਮ ਏਦਾਂ ਦਾ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਉਹਦੇ ਕੋਲ ਪਹੁੰਚਣ ਦਾ, ਕਿਉਂਕਿ ਉਹ ਤੇ ਨਿਰਾਕਾਰ ਆ, ਨਿਰਗੁਣ ਹੈ। ਉਹਦੇ ਕੋਲ ਜਾਣ ਦੇ ਲਈ ਕੋਈ ਰੋਡ ਨਹੀਂ ਬਣਿਆ, ਕੋਈ ਰਸਤਾ ਨਹੀਂ ਬਣਿਆ। ਉੱਥੇ ਪ੍ਰਕਾਸ਼ ਨਹੀਂ ਕੰਮ ਕਰਦਾ, ਉੱਥੇ ਸੂਰਜ ਨਹੀਂ ਹੈਗਾ, ਉੱਥੇ ਚੰਦਰਮਾ ਨਹੀਂ ਹੈਗਾ, ਉੱਥੇ ਕੋਈ ਸੜਕ ਨਹੀਂ ਹੈਗੀ, ਦਿਸ਼ਾਹੀਨ ਸ਼ਕਤੀ ਹੈ। ਹੁਣ ਉਹਦੇ ਕੋਲ ਜਾਣ ਦੇ ਲਈ ਉਹਨੂੰ ਜਾਣਨ ਦੇ ਲਈ ਸੰਗਤ ਵੀ ਤਾਂ ਉਦਾਂ ਦੀ ਚਾਹੀਦੀ ਹੈ ਨਾ, ਜਿਹੜੀ ਉਸ ਉਧਰ ਲੈ ਕੇ ਜਾਵੇ, ਤੁਹਾਨੂੰ ਦੱਸੇ। ਬਾਹਰ ਤੇ ਸੰਸਾਰ ਬੰਨਿਆ ਫਿਰਦਾ। ਅੱਜ ਵੀ ਵੇਖਿਆ ਮੈਂ ਇੱਕ ਬਾਬਾ, ਪਤਾ ਨਹੀਂ ਕਿਹੜੀ ਪੰਥ ਦਾ ਹੈਗਾ, ਬੜੀ ਦੁਨੀਆ ਮੱਥਾ ਟੇਕਣ ਦੀ, ਵਿਚਾਰਾ ਟਿਕਾਈ ਜਾਂਦਾ ਲੋਕਾਂ ਕੋਲ। ਉਹ ਜੀ ਹੁਣ ਮੈਂ ਕੀ ਕਹਾਂ, ਫਰਜ਼ ਤੇ ਬਣਦਾ ਹੀ ਨਹੀਂ ਉਹਦਾ ਮੱਥਾ ਟਿਕਾਉਣ ਦਾ, ਪਰ ਉਹ ਟਿਕਾਈ ਜਾਂਦਾ। ਉਹ ਲੋਕਾਂ ਨੇ ਉਹਨੂੰ ਕਹਿਤਾ ਕਿ ਤੂੰ ਬਾਬਾ ਹੈਗਾ ਤੇ ਤੂੰ ਸਾਡਾ ਮਤਲਬ ਕਲਿਆਣ ਕਰਨਾ। ਹੁਣ ਬਾਬੇ ਦਾ ਤੇ ਆਪਣਾ ਕਲਿਆਣ ਨਹੀਂ ਹੋਇਆ, ਜੇ ਕਲਿਆਣ ਹੋਵੇ ਤੇ ਇਹੋ ਜਿਹਾ ਕੰਮ ਹੀ ਨਾ ਕਰਾਵੇ। ਨਿੱਜਰ ਸਾਹਿਬ ਬਿਲਕੁਲ ਪੈਰਾਂ ਨੂੰ ਹੱਥ ਲਵਾਈ ਜਾਣਾ, ਮਤਲਬ ਕਹਿਣ ਤੋਂ ਭਾਵ ਹੈ ਕਿ ਹੁਣ ਕੀ ਕਹਿਣਾ ਉਹਨਾਂ ਨੂੰ, ਆਪਾਂ ਚਲੋ ਲੱਗੇ ਨੇ ਆਪਣੇ, ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ, ਠੀਕ ਹੈ। ਇਹ ਵੀ ਸੰਸਾਰ ਦਾ ਇੱਕ ਰੂਪ ਹੈ। ਆਤਮਾ ਦੇ ਵਿੱਚ ਜਾਣਾ ਹੀ ਸਭ ਤੋਂ ਵੱਡੀ ਗੱਲ ਹੈ। ਆਤਮਾ ਚ ਪਹੁੰਚ ਜਾਣਾ, ਫਿਰ ਆਤਮਾ ਦੇ ਨਾਲ ਜਦੋਂ ਤੁਹਾਡੀ ਸੁਰਤੀ ਟਕਰਾਊਗੀ ਨਾ, ਫਿਰ ਮਨ ਨੇ ਰੁਕਣਾ ਹੈ। ਸ਼ੁਰੂ ਚ ਜਦੋਂ ਜਾਂਦੇ ਹਾਂ ਨਾ ਆਪਾਂ, ਸਾਨੂੰ ਬਹੁਤ ਕੁਛ ਮਿਲਦਾ ਹੈ, ਕਿਉਂਕਿ ਸਾਡੇ ਅੰਦਰ ਨਾ ਬਹੁਤ ਜ਼ਿਆਦਾ ਗਤੀ ਹੈ, ਮਨ ਦੀ ਬਹੁਤ ਜ਼ਿਆਦਾ ਸਪੀਡ ਹੈ। ਛੱਡ ਲਈ ਤੁਸੀਂ ਇੱਕ ਗੱਡੀ ਭਜਾਈ ਹੋਵੇ 100, 150, 700 ਦੀ ਸਪੀਡ ਤੇ, ਉਹਨੂੰ ਇੱਕਦਮ ਤੇ ਰੁਕਣਾ ਨਹੀਂ ਨਾ। ਇੱਥੋਂ ਤੱਕ ਜਹਾਜ਼ ਨੂੰ ਵੀ ਰੋਕਣ ਦੇ ਲਈ ਕੁਝ ਸੈਕਿੰਡ ਲੱਗਦੇ ਆ। ਤੁਹਾਡਾ ਮਨ ਇੰਨਾ ਪਾਵਰਫੁਲ ਹੈ, ਛਣ ਦੇ ਵਿੱਚ ਪਤਾ ਨਹੀਂ ਕਿੰਨੇ ਚੱਕਰ ਲਾ ਆਉਂਦਾ ਹੈ। ਸੂਰਜ, ਚੰਦਰਮਾ, ਤਾਰੇ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਹੈ। ਜਿੱਥੇ ਪ੍ਰਕਾਸ਼ ਨੂੰ ਜਾਣ ਦੇ ਲਈ ਵੀ ਸਮਾਂ ਲੱਗਦਾ ਹੈ, ਪਰ ਇੱਥੇ ਪਹੁੰਚ ਜਾਂਦਾ ਹੈ। ਜਿਹੜੀ ਕਲਪਨਾ ਦਾ ਜਗਤ ਐਡਾ ਵੱਡਾ ਹੈ। ਰਾਤ ਨੂੰ ਆਪਾਂ ਅੱਖਾਂ ਬੰਦ ਕਰਦੇ ਜੋ ਵੇਖੋ, ਕਿੱਥੋਂ ਟ੍ਰੇਨਾਂ, ਕਿੱਥੋਂ ਪਲੇਨ, ਪਤਾ ਨਹੀਂ ਕਿੱਡੇ ਕਿੱਡੇ ਮਹਿਲ ਬਣਾਉਣ ਦਾ। ਨਿੱਜਰ ਸਾਹਿਬ ਜਸਟ ਦੇਖੋ ਕਿੰਨਾ ਪਾਵਰਫੁਲ ਹੈ। 3D ਐਨੀਮੇਸ਼ਨ ਵਾਂਗੂ ਤੇ ਬਣਾਉਣ ਦੇ ਲਈ ਫਿਲਮ ਨੂੰ ਪਤਾ ਨਹੀਂ ਕਿੰਨੇ ਬੰਦੇ ਕੰਮ ਕਰਦੇ ਆ। ਤੁਹਾਡੇ ਮਨ ਦੇ ਅੰਦਰ ਇੰਨੀ ਸ਼ਕਤੀ ਆ, ਜਦੋਂ ਰਾਤ ਨੂੰ ਸੁਪਨਾ ਆਉਂਦਾ ਨਾ, ਇਹ ਜਗਤ ਝੂਠਾ ਹੋ ਜਾਂਦਾ। ਜਦੋਂ ਆਪਾਂ ਉੱਠ ਜਾਂਦੇ ਆ, ਉਹ ਜਗਤ ਝੂਠਾ ਹੋ ਜਾਂਦਾ। ਸੁਪਨੇ ਦਾ ਜਗਤ ਜਿਹੜਾ ਵਾ 101% ਸੱਚਾ ਵਾ, ਉਹ ਵੀ ਸੂਖਮ ਜਗਤ ਹੈ। ਉਸ ਜਗਤ ਦੇ ਵਿੱਚ ਇਸ ਜਗਤ ਦੇ ਬਾਰੇ ਕੋਈ ਗੱਲਬਾਤ ਨਹੀਂ ਹੁੰਦੀ। ਅੱਛਾ, ਉੱਥੇ ਪਹੁੰਚਣ ਦਾ ਕੇਵਲ ਇੱਕ ਤਰੀਕਾ ਹੈ, ਧਿਆਨ ਤੇ ਸਿਮਰਨ। ਧਿਆਨ ਦਾ ਮਤਲਬ ਆਪਣੀ ਜਿਹੜੀ ਸਾਡੀ ਧਿਆਨ ਹੈ ਬਹੁਤ ਜਗ੍ਹਾ ਫੈਲਿਆ ਹੋਇਆ ਹੈ, ਉਹਨੂੰ ਇਕੱਠਾ ਕਰਨਾ, ਔਰ ਮਨ ਨੂੰ ਬਾਹਰ ਮੁਖੀ ਤੋਂ ਅੰਤਰਮੁਖੀ ਲੈ ਕੇ ਜਾਣਾ। ਉਹਦੇ ਲਈ ਦੋ ਹੀ ਤਰੀਕੇ ਨੇ। ਇੱਕ ਬਿੰਦੂ ਆਪਣੇ ਅੱਗੇ ਬਣਾਓ, ਦੋਨੋਂ ਪਰੋਟਿਆਂ ਦੇ ਵਿਚਕਾਰ। ਇੱਕ ਬਿੰਦੂ ਤੁਹਾਡੇ ਮਗਰ ਆਤਮਾ ਬੈਠੀ ਹੈ, ਬਿਲਕੁਲ ਆਤਮਾ ਬੈਠੀ ਨਹੀਂ ਆ, ਪਰ ਗੱਲ ਸਮਝਾਉਣ ਦਾ ਤਰੀਕਾ ਹੀ ਹੈ, ਹੋਰ ਕੋਈ ਤਰੀਕਾ ਨਹੀਂ। ਤੁਹਾਡੇ ਮਗਰਲੇ ਬੰਨੇ ਆਤਮਾ ਬੈਠੀ, ਤੁਸੀਂ ਆਪਣੀ ਸੁਰਤੀ ਨੂੰ ਇੱਕ ਜਗ੍ਹਾ ਤੇ ਕੇਂਦਰਿਤ ਕਰਨਾ ਹੈ, ਦੋਨੋਂ ਪਰੋਟਿਆਂ ਦੇ ਵਿੱਚ। ਕੋਈ ਇੱਕ ਦਿਨ ਵੀਰ ਦਾ ਫੋਨ ਆਇਆ ਸੀ, ਕਹਿੰਦਾ ਮਨ ਨਹੀਂ ਟਿਕਣ ਦਿਆ। ਮੈਂ ਭਾਈ ਧਿਆਨ ਕਿੱਥੇ ਲਾਉਂਦੇ? ਕਹਿੰਦੇ ਮੈਂ ਖੁੱਲਾ ਲਾਉਂਦੇ ਆ। ਮੈਂ ਭਾਜੀ ਹਜੇ ਤੁਸੀਂ ਛੋਟੀ ਸਟੇਜ ਤੇ ਹੈਗੇ ਜੋ, ਪਹਿਲਾਂ ਧਿਆਨ ਨੂੰ ਸੈਂਟਰਲਾਈਜ਼ ਕਰੋ, ਆਪਣੇ ਦੋਨੋਂ ਪਰੋਟਿਆਂ ਦੇ ਵਿਚਕਾਰ ਕਰੋ, ਦੋ ਬਿੰਦੂ ਤਿਆਰ ਕਰੋ, ਇੱਕ ਅਗਲਾ ਤੇ ਇੱਕ ਪਿਛਲਾ। ਮੈਂ ਤੁਸੀਂ ਬੰਦਗੀ ਕਰਦੇ ਜਾਣਾ, ਇਹਨਾਂ ਬਿੰਦੂਆਂ ਨੇ ਆਪਣੇ ਆਪ ਹੀ ਇੱਕ ਦੂਜੇ ਦੇ ਲਾਗੇ ਆਉਣਾ। ਇੱਕ ਸਮਾਂ ਆਊਗਾ ਤੁਹਾਡਾ ਅਗਲਾ ਧਿਆਨ ਟੁੱਟ ਕੇ ਆਟੋਮੈਟਿਕਲੀ ਪਿੱਛੇ ਆ ਜਾਣਾ, ਸੈਂਟਰ ਚ ਆ ਜਾਣਾ। ਜੇ ਤੁਸੀਂ ਸਿੱਧਾ ਸੈਂਟਰ ਚ ਲਾਓਗੇ, ਨਹੀਂ ਧਿਆਨ ਲੱਗਣਾ ਤੁਹਾਡਾ। ਨਾਲੇ ਵੈਸੇ ਵੀ ਆਪਾਂ ਨੂੰ ਪ੍ਰਾਣ ਊਰਜਾ ਉੱਪਰ ਨੂੰ ਲੈ ਕੇ ਜਾਣੀ ਪਊਗੀ, ਔਰ ਉਨੀ ਕੀ ਪ੍ਰਗਟ ਕਰੋ ਜਿੰਨੀ ਕੁ ਤੁਸੀਂ ਬਰਦਾਸ਼ਤ ਕਰ ਸਕਦੇ ਹੋ। ਧਿਆਨ ਸਿਮਰਨ ਵੀ ਓਨਾ ਹੀ ਕਰਨਾ ਵਾ ਜਿੰਨਾ ਤੁਹਾਡਾ ਸਰੀਰ ਚੱਲਦਾ। ਲੋੜ ਤੋਂ ਜ਼ਿਆਦਾ ਵੀ ਪ੍ਰਾਣ ਊਰਜਾ ਪ੍ਰਗਟ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ, ਕਿਉਂਕਿ ਤੁਹਾਡੇ ਸਰੀਰ ਦੀ ਕਪੈਸਿਟੀ ਵੀ ਚਾਹੀਦੀ ਹੈ ਨਾ। ਹੁਣ ਤੁਸੀਂ ਜਿਮ ਚ ਜਾਂਦੇ ਜੋ, ਤੇ ਪਹਿਲੇ ਦਿਨ ਥੋੜੀ ਜਿਹੀ 50 ਕਿਲੋ ਦੇ ਡੰਬਲ ਚੁੱਕ ਲੈਣੇ ਨਿੱਜਰ ਸਾਹਿਬ। ਬਿਲਕੁਲ। ਪਹਿਲਾਂ ਛੋਟੇ ਡੰਬਲ ਚੁੱਕੋ, ਫਿਰ ਉਸ ਤੋਂ ਵੱਡੇ, ਫਿਰ ਉਸ ਤੋਂ ਵੱਡੇ, ਹੌਲੀ ਹੌਲੀ ਇਸੇ ਤਰ੍ਹਾਂ ਹੀ ਬੰਦਗੀ ਸਹਿਜ ਦੇ ਵਿੱਚ ਹੀ ਆਪਾਂ ਜਾਣਾ ਹੈ, ਤੇ ਹੌਲੀ ਹੌਲੀ ਹੀ ਜਾਣਾ ਹੈ। ਅੱਜ ਨਿੱਜਰ ਸਾਹਿਬ ਅੱਗੇ ਚੱਲੀ। ਅੱਗੇ ਦੱਸ ਰਹੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਤਿੰਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਆਪਾਂ ਨੂੰ। ਜਾਂਚੇ ਕਰੇ ਕੁਲਾਲ ਬ੍ਰਹਮਾ, ਕੁਲਾਲ ਕਹਿੰਦੇ ਆ ਜਿਹੜਾ ਹੈਗਾ ਇਹ ਜਿਹੜਾ ਘੁਮਾਰ, ਬ੍ਰਹਮਾ ਘੁਮਾਰ ਆ। ਚਤੁਰਮੁਖ, 4 ਮੁੱਖ ਵਾਲਾ ਬ੍ਰਹਮਾ, ਇਹਨੂੰ ਕਹਿੰਦੇ। ਬ੍ਰਹਮਾ ਦੇ 4 ਮੁੱਖ ਸੀਗੇ, ਸ਼ੀਸ਼।
ਚਾਰੋਂ ਪਾਸੇ ਇਹਦੇ ਮੁੱਖ ਸੀਗੇ। ਡਾਮੜਾ ਕਹਿੰਦੇ ਆ ਭਾਂਡੇ ਬਣਾਉਣ ਵਾਲਾ, ਭਾਂਡੇ ਘੜਨ ਵਾਲਾ, ਜਿਹਨੇ ਵਿਸ਼ਵ ਸੰਸਾਰ ਰਾਚੀ ਲੇ। ਇਹ ਵਿਸ਼ਵ ਦੇ ਜਿਹੜੇ ਭਾਂਡੇ ਉਸਨੇ ਬਣਾਏ ਆ, ਬ੍ਰਹਮੇ ਨੇ। ਕਹਿੰਦੇ ਆ ਮਾਲਕ ਦੀ ਇੱਕ ਸ਼ਕਤੀ ਹੈਗੀ ਭਾਈ। ਜਾਂ ਕੇ ਕਰੇ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰ ਕਾ ਗਿਆਨ ਪਾਖੀ ਲੈ। ਕਹਿੰਦੇ ਇਹ ਜਿਹੜਾ ਹੈਗਾ ਮਹੇਸ਼ ਜਿਹੜਾ ਹੈਗਾ ਸ਼ਿਵ ਜੀ, ਈਸ਼ਰ ਬਾਵਲਾ ਕਹਿੰਦੇ ਬੌਲਾ, ਜਗਤ ਗੁਰੂ, ਜਗਤ ਇਹਨੂੰ ਗੁਰੂ ਕਹਿੰਦਾ। ਤਤ ਸਾਰਖਾ ਗਿਆਨ ਪਾਖੀ ਲੈ, ਕਿਉਂਕਿ ਜਗਤ ਕਹਿੰਦਾ ਵੀ ਤਤ ਗਿਆਨ ਜਿਹੜਾ ਹੈਗਾ ਇਹ ਦਿੰਦਾ ਹੈ ਬ੍ਰਹਮਾ। ਬਾਣੀ ਇਹਨੂੰ ਕਹਿ ਰਹੀ ਹੈ ਬਾਵਲਾ। ਜਾ ਕੇ ਕਰ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਪਾਖੀ ਲੈ। ਪਾਪ ਪੁੰਨ ਜਾਚੇ ਡਾਂਗੀਆ ਦੁਆਰੇ। ਪਾਪ ਪੁੰਨ ਕਹਿੰਦੇ ਆ ਦੋ ਜਿਹੜੇ ਹੈਗੇ ਆ ਉਹ ਪਹਿਰੇਦਾਰ ਆ, ਪਾਪ ਪੁੰਨ। ਅਤੇ ਪਾਪ ਪੁੰਨ ਜਿਹੜੇ ਹੈਗੇ, ਜੇ ਪਾਪ ਕਰਾਂਗੇ ਤਾਂ ਆਪਾਂ ਦੂਰ ਹੋ ਜਾਂਦੇ ਹਾਂ ਇਸ ਰਸਤੇ ਤੋਂ, ਬੰਦਗੀ ਵਾਲੇ ਤੋਂ। ਪੁੰਨ ਕਰਦੇ ਹਾਂ ਅਤੇ ਨੇੜੇ ਹੋ ਜਾਂਦੇ ਹਾਂ। ਚਿੱਤਰਗੁਪਤ ਲੇਖੀਆ, ਚਿੱਤਰਗੁਪਤ ਜੋ ਆਪਾਂ ਕਾਰਾ ਕਰਦੇ, ਜੋ ਆਪਾਂ ਜਿਸ ਤਰ੍ਹਾਂ ਆਪਾਂ ਵਿਚਰਦੇ ਹਾਂ, ਆਪਣਾ ਸਾਰਾ ਲੇਖਾ ਜਿਹੜਾ ਹੈਗਾ ਇਹ ਵੀ ਲਿਖਿਆ ਜਾ ਰਿਹਾ, ਕਿਉਂਕਿ ਇਹਦੇ ਹਿਸਾਬ ਦੇ ਨਾਲ ਅੱਗੇ ਆਪਣੀ ਗਤੀ ਹੋਣੀ ਹੈ। ਧਰਮ ਰਾਏ ਪਰਲੀ ਪ੍ਰਤਿਹਾਰ, ਧਰਮ ਰਾਏ ਜਿਹੜਾ ਹੈਗਾ ਪਰਲੋ ਲਿਆਉਣ ਵਾਲਾ ਹੈ ਜਿਹੜਾ, ਉਹ ਜਿਹੜਾ ਹੈਗਾ ਪ੍ਰਤਿਹਾਰ ਕਹਿੰਦੇ ਆ ਸੇਵਕ ਆ ਮਾਲਕ ਪਰਮਾਤਮਾ ਦਾ। ਸੋ ਐਸਾ ਰਾਜਾ ਸ੍ਰੀ ਗੋਪਾਲ, ਇਹੋ ਜਿਹਾ ਹੈ ਉਹ ਮਾਲਕ ਪਰਮਾਤਮਾ ਸ੍ਰੀ ਗੋਪਾਲ, ਸਾਰੀ ਧਰਤੀ ਨੂੰ ਸਾਰੇ ਜੀਵਾਂ ਨੂੰ ਪਾਲਣ ਵਾਲਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਦੇਖੋ ਪਾਪ ਪੁੰਨ ਦੋ ਚੀਜ਼ਾਂ ਹੈਗੀਆਂ। ਵੈਸੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਪਾਪ ਪੁੰਨ ਤੋਂ ਅੱਗੇ ਲੰਘ ਜਾਂਦਾ, ਬਿਲਕੁਲ ਨਾ ਪਾਪ ਕਰਦਾ ਨਾ ਪੁੰਨ ਕਰਦਾ। ਬਾਕੀ ਜਿਹੜਾ ਸੰਸਾਰੀ ਮਨੁੱਖ ਹੈ ਇਹ ਦੋਨਾਂ ਤੱਤਾਂ 'ਚ ਆਪਣਾ ਜੀਵਨ ਬਤੀਤ ਕਰਦਾ। ਚਾਹੇ ਪਾਪ ਕਰ ਲਓ ਚਾਹੇ ਪੁੰਨ ਕਰ ਲਓ, ਇਹ ਦੋਨੋਂ ਹੀ ਤੁਹਾਡੇ ਜੀਵਨ ਦਾ ਫੈਸਲਾ ਕਰਦੇ। ਇਹਦੇ ਵਿੱਚ ਹੀ ਸਿਸਟਮ ਚੱਲਣਾ ਹੈ। ਅਪ ਐਂਡ ਡਾਊਨ ਦਾ ਡਿਸੀਜਨ ਜਿਹੜਾ ਹੋਣਾ ਨਾ, ਇਹ ਤੁਹਾਡੇ ਇਹ ਦੋ ਕਿਸਮ ਦੇ ਪੇਪਰ ਸਾਨੂੰ ਮਿਲਦੇ ਨੇ। ਇੱਕ ਪਾਪ ਦਾ ਮਿਲਦਾ, ਇੱਕ ਪੁੰਨ ਦਾ ਮਿਲਦਾ। ਜਿਹੜਾ ਆਪਾਂ ਜ਼ਿਆਦਾ ਭਰਿਆ ਵਾ ਉਹਦੇ ਨਾਲ ਅਗਲਾ ਜੀਵਨ ਥੋੜਾ ਸੌਖਾ ਹੋ ਜਾਊਗਾ। ਜੇ ਆਪਾਂ ਪਾਪ ਦੇ ਨਾਲ ਜੀਵਨ ਥੋੜਾ ਜ਼ਿਆਦਾ ਬਤੀਤ ਕੀਤਾ ਉਹਦੇ ਨਾਲ ਫਿਰ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਜ਼ੋਰ ਦੀ ਇਹਨਾਂ ਦੋਨਾਂ ਦਾ ਇਸਤੇਮਾਲ ਕੀਤਾ, ਓਨਾ ਹੀ ਜ਼ੋਰ ਦੇ ਨਾਲ ਤੁਸੀਂ ਗਰਭ ਮੰਡਲ 'ਚ ਜਾਣਾ। ਬਿਲਕੁਲ ਇਹ ਦੋਨੋਂ ਬੈਲ ਜਿਹੜਾ ਉਹ ਹੀ ਫਲਦਾ ਹੈ। ਬਾਣੀ ਇਹਨਾਂ ਨੂੰ ਬੈਲ ਕਹਿੰਦੀ ਹੈ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਬੈਲ ਹੈਗੇ। ਕਥਾ ਦੇ ਵਿੱਚ ਆਇਆ ਸੀ ਪਹਿਲਾਂ। ਹਾਂ ਦੋਨੋਂ ਹੀ ਪਾਪ ਪੁੰਨ ਉਦਣ ਆਈ ਸੀ ਨਾ ਕਥਾ ਦੇ ਵਿੱਚ। ਬਿਲਕੁਲ ਹਾਂ, ਤੇ ਇਹ ਦੋਨੋਂ ਹੀ ਜਿਹੜੇ ਨੇ, ਦੇਖੋ ਵੈਸੇ ਵੀ ਜਦੋਂ ਤੁਸੀਂ ਆਤਮਾ ਤੱਤ 'ਚ ਚੱਲ ਗਏ, ਤੁਹਾਡਾ ਦਿਲ ਹੀ ਨਹੀਂ ਕਰਨਾ ਪੁੰਨ ਕਰਨ ਨੂੰ, ਪਾਪ ਕਰਨ ਨੂੰ। ਤੁਸੀਂ ਕੇਵਲ ਜੀਵਨ ਨਾ ਪਾਪ ਕਰੋਗੇ ਨਾ ਪੁੰਨ ਕਰੋਗੇ, ਤੁਸੀਂ ਕੇਵਲ ਜੀਵਨ ਬਤੀਤ ਕਰੋਗੇ। ਸਾਰੀ ਗਤੀ ਰੁਕ ਜਾਣੀ ਹੈ, ਸਭ ਕੁਛ ਰੁਕ ਜਾਣਾ ਹੈ, ਕਿਉਂਕਿ ਉੱਥੇ ਗਤੀ ਨਹੀਂ ਹੈਗੀ। ਚਲੇ ਜਾਓ, ਮੈਂ ਨਹੀਂ ਕਹਿੰਦਾ ਨਹੀਂ ਜਾਣ ਤੋਂ ਨਹੀਂ ਮਨਾ ਕਰਦਾ, ਜਾਓ ਜਿੱਥੇ ਮਰਜੀ, ਪਰ ਤੁਹਾਡੇ ਅੰਦਰ ਇੱਛਾ ਨਹੀਂ ਜੀ ਹੋਣੀ, ਉਹ ਤਾਂ ਚੱਲ ਜਾਇਆ ਕਰੋ। ਉਹ ਜਾਣ 'ਚ ਤਾਂ ਕੋਈ ਪ੍ਰੋਬਲਮ ਹੈਗੀ, ਪਰ ਬਾਹਰ ਦੀ ਗਤੀ ਸਾਰੀ ਰੁਕ ਜਾਣੀ। ਇਹੋ ਹੀ ਆਤਮਾ 'ਚ ਪਾਵਰ ਹੈ। ਜਿਤਨੇ ਏਦਾਂ ਦਾ ਠਹਿਰਾਓ ਆ ਗਿਆ ਨਾ ਅੰਦਰ, ਸਮਝ ਲਓ ਤੁਸੀਂ ਕਿਤੇ ਪਹੁੰਚ ਗਏ, ਬਹੁਤ ਵੱਡੀ ਗੱਲ ਹੋ ਗਈ। ਕਿਉਂਕਿ ਉਹ ਜਦੋਂ ਵੀ ਤੁਸੀਂ ਆਤਮਾ 'ਚ ਗਏ ਨਾ, ਕਿਉਂਕਿ ਆਤਮਾ ਗਤੀਹੀਨ ਆ, ਉਹਦਾ ਮਾਪਦੰਡ ਵੀ ਇਹੋ ਹੀ ਆ। ਤੁਹਾਡੀ ਵੀ ਗਤੀਹੀਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਲਈ ਗਤੀਹੀਨ ਬੜਾ ਜ਼ਰੂਰੀ। ਫਿਰ ਉਸ ਤੋਂ ਬਾਅਦ ਤੁਹਾਡਾ ਗਿਆਨ ਨੂੰ ਪ੍ਰਾਪਤ ਕਰਨ ਨੂੰ ਜੀ ਨਹੀਂ ਕਰੂਗਾ। ਨਿੱਜਰ ਸਾਹਿਬ ਇਹ ਵੀ ਸੱਚ ਜੀ, ਕਿਉਂਕਿ ਆਤਮਾ ਨੂੰ ਕਿਸੇ ਦਾ ਗਿਆਨ ਨਹੀਂ ਚਾਹੀਦਾ। ਪ੍ਰੈਕਟੀਕਲ ਕਰ ਲਿਆ ਤੇ ਗਿਆਨ ਤਾਂ ਆਪਣੇ ਆਪ ਆ ਜਾਣਾ। ਗਿਆਨ ਸਰੂਪ ਹੈਗੀ ਹੈ। ਹਾਂਜੀ, ਗਿਆਨ ਦਾ ਮਤਲਬ ਕਿ ਲਈ ਠੀਕ ਹੈ, ਕਿਤਾਬਾਂ ਪੜ੍ਹ ਲਓ ਕਿ ਮਾੜੀ ਚੀਜ਼ ਨਹੀਂ ਹੈ, ਪਰ ਉਹ ਜਿਹੜਾ ਗਿਆਨ ਹੈ ਆਤਮਾ ਦਾ ਗਿਆਨ, ਦੇਖੋ ਦੋ ਤੇ ਵਿਦਿਆ ਵਾ, ਇੱਕ ਪਰਾ ਵਿਦਿਆ ਤੇ ਇੱਕ ਅਪਰਾ ਵਿਦਿਆ। ਜਿਹੜੀ ਅਪਰਾ ਵਿਦਿਆ ਹੈ ਉਹ ਆਪਾਂ ਸਾਰੇ ਪੜ੍ਹਦੇ ਹਾਂ, ਆਪਾਂ ਜਾਣਦੇ ਵੀ ਅਪਰਾ ਵਿਦਿਆ ਨੂੰ, ਪਰ ਪਰਾ ਵਿਦਿਆ ਹੈ ਆਤਮਾ ਦਾ ਵਿਦਿਆ। ਜਿੰਨੀ ਵੀ ਗਾਈਡੈਂਸ ਸਾਨੂੰ ਮਿਲਣੀ ਹੈ ਉਹ ਅਪਰਾ ਤੋਂ ਮਿਲਣੀ ਹੈ। ਪਹੁੰਚਣਾ, ਪ੍ਰਾਪਤੀ ਜਿਹੜੀ ਹੈ ਜ਼ਿੰਦਗੀ 'ਚ, ਜਿਹੜੀ ਸਾਰ ਹੈਗੀ ਆ, ਉਹ ਪਰਾ ਵਿਦਿਆ ਹੈਗਾ, ਉਹ ਹੈਗਾ ਪਰਾ ਵਿਦਿਆ। ਪਰਾ ਵਿਦਿਆ ਦੇ ਵਿੱਚ ਹੀ ਸਾਨੂੰ ਗਿਆਨ ਹੁੰਦਾ ਹੈ। ਆਤਮਾ ਆਖਰ ਦੇ ਵਿੱਚ ਜਦੋਂ ਤੁਸੀਂ ਸੂਖਮ ਹੁੰਦੇ ਗਏ ਨਾ, ਤੁਹਾਡਾ ਨਾ ਪਹਿਲਾਂ ਤਾਂ ਤੁਸੀਂ ਵੇਖੋਗੇ ਤੁਹਾਡਾ ਆਕਾਰ ਵੱਡਾ ਹੋਈ ਜਾਣਾ, ਬਹੁਤ ਵੱਡੇ ਹੋ ਜਾਣਾ।
ਇੰਜ ਲੱਗਣਾ ਮੈਂ ਬਹੁਤ ਫੈਲ ਰਿਹਾ, ਬੜਾ ਵੱਡਾ ਹੋ ਗਿਆ। ਇੱਕ ਸਮਾਂ ਨਾਲ ਤੁਸੀਂ ਛੋਟੇ ਹੋਣਾ ਸ਼ੁਰੂ ਹੋ ਜਾਣਾ। ਤੁਸੀਂ ਇੰਨਾ ਛੋਟਾ, ਇੰਨਾ ਛੋਟਾ, ਇੰਨਾ ਛੋਟਾ, ਇੰਨਾ ਛੋਟਾ, ਇੰਨਾ ਛੋਟਾ, ਮੈਂ ਕਹਿ ਨਹੀਂ ਸਕਦਾ, ਬਹੁਤ ਛੋਟੇ ਹੋ ਜਾਣਾ। ਤੁਸੀਂ ਇੰਨੇ ਦੁੱਖ, ਤੁਸੀਂ ਖੁਦ ਕਹਿਣਾ ਕਿ ਮੈਂ ਕਿਤੇ ਜਾ ਰਿਹਾ ਵਾਂ, ਪਤਾ ਨਹੀਂ ਕਿੱਥੇ ਜਾ ਰਿਹਾ, ਪਰ ਲੱਗਣਾ ਤੁਹਾਨੂੰ ਏਦਾਂ ਵਾ ਕਿ ਜਿੱਦਾਂ ਮੈਂ ਨਾ ਗੁਫਾ 'ਚ ਜਾ ਰਿਹਾ, ਪਰ ਗੁਫਾ ਨਹੀਂ ਹੈਗੀ। ਉਹ ਸਾਡਾ ਜਿਹੜਾ ਰੂਪ ਹੈ, ਸਾਡੀਆਂ ਜਿਹੜਾ ਉਹ ਸੁੰਗੜਨਾ ਹੈ ਬਿਲਕੁਲ ਇੰਨਾ, ਫਿਰ ਕਿਉਂਕਿ ਇੰਨਾ ਜ਼ਿਆਦਾ ਸੁੰਗੜ ਜਾਣਾ ਹੈ ਤੁਸੀਂ ਕਿ ਉਸ ਤੋਂ ਬਾਅਦ ਤੁਸੀਂ ਸੁੰਗੜ ਨਹੀਂ ਸਕਦੇ। ਫਿਰ ਉਸ ਚੇਤਨਾ ਦੇ ਰੂਪ 'ਚ ਤੁਸੀਂ ਦੇਖੋਗੇ ਤੁਸੀਂ ਸੰਸਾਰ ਦੇ ਸਭ ਤੋਂ ਅੰਦਰਲੇ ਬਿੰਦੂ ਜੋ, ਬਾਕੀ ਸਾਰਾ ਕੁਝ ਬਾਹਰ ਹੈ। ਬਾਹਰ ਦਾ ਮਤਲਬ ਭਾਵੇਂ ਬਾਹਰ ਹੀ ਹੈ, ਭਾਵੇਂ ਸਹਿਤ ਸਾਰਾ ਉਹਦੇ ਅੰਦਰ ਹੈ। ਤੁਸੀਂ ਆਖਰੀ ਬਿੰਦੂ 'ਚ ਪਹੁੰਚ ਜਾਣਾ। ਫਿਰ ਤੁਸੀਂ ਦੇਖਣਾ ਕਿ ਹਾਂ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ, ਬਾਕੀ ਸਾਰਾ ਕੁਝ ਬਾਹਰ ਆ, ਪਰ ਮੇਰੇ ਅੰਦਰ ਨਹੀਂ ਕੁਛ ਹੈਗਾ, ਮੈਂ ਲਾਸਟ ਬਿੰਦੂ ਹਾਂ। ਉੱਥੇ ਪਹੁੰਚਣਾ ਹੈ ਬਾਰ-ਬਾਰ, ਹਰ ਦਿਨ ਸਾਧਨਾ ਕਰ ਕਰਕੇ ਉੱਥੇ ਜਾਣਾ ਹੈ। ਔਰ ਇੱਕ ਸਮਾਂ ਆਊਗਾ ਤੁਹਾਡਾ ਉੱਥੇ ਪੱਕਾ ਹੀ ਵਿਸ਼ਰਾਮ ਹੋ ਜਾਏਗਾ। ਨਾ ਤੁਸੀਂ ਆਉਣਾ ਤੇ ਨਾ ਤੁਸੀਂ ਜਾਣਾ। ਹੁਣ ਨਹੀਂ ਮੋਖਲਾ ਸਹਿਜੇ ਆਓ ਜਾਓ, ਹੁਣ ਫਿਰ ਉੱਥੇ ਆਉਣ ਜਾਣ ਦੀ ਲੋੜ ਨਹੀਂ, ਕਿਉਂਕਿ ਉੱਥੇ ਤੇ ਪਹੁੰਚ ਚੁੱਕੇ। ਹੁਣ ਨਹੀਂ, ਹੁਣ ਜਾਣਾ ਕਿੱਥੇ ਹੈ? ਇੱਥੇ ਜਾਣਾ ਸੀ, ਉੱਥੇ ਅਵਸਥਾ ਬਣ ਚੁੱਕੀ ਹੈ। ਉਹ ਬਾਹਰਲਾ ਜੀਵਨ ਵੀ ਸ਼ੁੱਧ ਹੋ ਗਿਆ। ਹਾਂਜੀ ਨਜਰ ਸਾਹਿਬ ਅੱਗੇ ਚਲੀ। ਅੱਗੇ ਦੱਸ ਰਿਹਾ, ਜਾਂਚੇ ਘਰੇ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਾਵਨ ਤਾਛ ਹੈ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ, ਇਹ ਸ੍ਰਿਸ਼ਟੀ ਹੈਗੀ, ਘਰ ਹੈਗਾ, ਇਹਦੇ ਵਿੱਚ ਜਿਹੜੇ ਕਿੰਨੇ ਦੇਵਤੇ ਹੈਗੇ, ਕਿੰਨੇ ਉਹਨਾਂ ਦੇ ਜਿਹੜੇ ਗਣ ਹੈਗੇ ਸੇਵਕ, ਕਿੰਨੇ ਦੇਵਤਿਆਂ ਦੇ ਗਵਈਏ, ਰਿਸ਼ੀ ਹੈਗੇ ਕਿੰਨੇ, ਉਹ ਵਿਚਾਰੇ ਢਾਡੀ ਹੈਗੇ, ਗਾ ਰਹੇ ਆ ਮਾਲਕ ਪਰਮਾਤਮਾ ਦੇ ਗੁਣ। ਸਰਬ ਸ਼ਾਸਤਰ ਬਹਿਰੂਪੀਆ ਅਨਗਰੂਆ ਅਖਾੜਾ। ਸਾਰੇ ਸ਼ਾਸਤਰ ਜਿਹੜੇ ਹੈਗੇ, ਗਿਆਨ ਧਾਰਮਿਕ ਗ੍ਰੰਥ ਜਿਹੜੇ ਹੈਗੇ, ਇਹ ਬਹਿਰੂਪੀਏ ਹੈਗੇ, ਮਾਲਕ ਪਰਮਾਤਮਾ ਦਾ ਰੂਪ ਇਹਨਾਂ ਦੇ ਵਿੱਚ ਜਿਹੜਾ ਹੈਗਾ, ਮਾਲਕ ਪਰਮਾਤਮਾ ਦਾ ਰੂਪ ਹੈਗਾ। ਇਹ ਮਾਲਕ ਦੀ ਰੀਸ, ਮਾਲਕ ਦਾ ਰੂਪ ਧਾਰਦੇ ਆ। ਇਹਨਾਂ ਤੋਂ ਮਾਲਕ ਦੇ ਬਾਰੇ ਪਤਾ ਲੱਗਦਾ ਹੈ। ਅਨਗਰੂਆ ਅਖਾੜਾ, ਇਹ ਕਹਿੰਦੇ ਥੋੜ੍ਹਾ ਜਿਹਾ ਜਿਹੜਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਜਿਹੜਾ ਥੋੜ੍ਹਾ ਜਿਹਾ ਇਹਦੇ ਵਿੱਚੋਂ ਮਾਲਕ ਪਰਮਾਤਮਾ ਦੇ ਬਾਰੇ ਪਤਾ ਲੱਗਦਾ ਹੈ ਸ਼ਾਸਤਰਾਂ ਤੋਂ। ਮਾਲਕ ਪਰਮਾਤਮਾ ਦਾ ਇਹ ਸਿਰਫ ਬਹਿਰੂਪ ਹੈ, ਉਹਦਾ ਰੂਪ ਧਾਰ ਸਕਦੇ ਆ ਬਸ ਸਿਰਫ, ਔਰ ਉਹ ਨਹੀਂ ਹੈਗੇ, ਪਰਮਾਤਮਾ ਨਹੀਂ ਹੈਗੇ। ਅਨਗਰੂਆ ਕਹਿੰਦੇ ਉਹ ਮਾਲਕ ਦੀ ਉਚਾਈ ਨਹੀਂ ਹੈਗੀ, ਅਨਗਰੂਆ ਅਖਾੜਾ ਹੈਗਾ। ਕਹਿੰਦੇ ਥੋੜ੍ਹਾ ਜਿਹਾ ਇਹਦੇ ਵਿੱਚ ਜਿਹੜਾ ਹੈਗਾ, ਥੋੜ੍ਹਾ ਜਿਹਾ ਮਾਲਕ ਪਰਮਾਤਮਾ ਦਾ ਗਿਆਨ ਹੈਗਾ। ਉਹ ਤਾਂ ਜਿਹੜਾ ਹੈਗਾ ਉਹਨੂੰ ਤਾਂ ਬਿਆਨ ਹੀ ਨਹੀਂ ਕਰ ਸਕਦੇ ਭਾਈ, ਉਹਦਾ ਰੂਪ ਤਾਂ ਦੱਸਿਆ ਹੀ ਨਹੀਂ ਜਾ ਸਕਦਾ। ਮੰਡਲੀਕ ਬੋਲੇ ਕਾਛੇ, ਕਹਿੰਦੇ ਰਾਜੇ ਜਿਹੜੇ ਧਰਤੀ ਦੇ ਉੱਤੇ ਆ, ਉਹ ਵੀ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਉਹਦੀ ਖੇਡ ਦੇ ਵਿੱਚ ਹਿੱਸਾ ਹੈਗੇ ਭਾਈ। ਉਹ ਵੀ ਬੋਲਦੇ ਆ ਐਨੇ ਸੁੰਦਰ ਜਿਹੜੇ ਹੈਗੇ, ਉਹਨਾਂ ਕੋਲ ਜਿਹੜੇ ਹੈਗੇ ਵਸਤਰ ਹੈਗੇ। ਕਾਛੇ ਚੌਰ ਢੂਲ ਚਾਂਚੇ ਹੈ ਪਵਨ, ਹਵਾ ਜਿਹੜੀ ਹੈਗੀ ਇਸ ਤਰ੍ਹਾਂ ਵਗਦੀ ਹਵਾ ਜਿਸ ਤਰ੍ਹਾਂ ਚੌਰ ਕਰ ਰਹੀ ਹੋਏ ਮਾਲਕ ਦੇ ਉੱਤੇ। ਚੇਰੀ ਸਕਤ ਜੀਤ ਲੈ ਪਵਨ, ਔਰ ਮਾਲਕ ਦੀ ਚੇਰੀ ਜਿਹੜੀ ਹੈ, ਸ਼ਕਤੀ ਜਿਹੜੀ ਹੈ, ਉਹਨੇ ਸਾਰੇ ਦੇ ਸਾਰੇ ਭਵਨ ਨੂੰ, ਸਾਰੇ ਧਰਤ ਪਤਾਲ ਆਕਾਸ਼, ਸਾਰੇ ਜੀਵਾਂ ਨੂੰ ਜਿੱਤਿਆ ਹੋਇਆ ਹੈ। ਅੰਡ ਟੂਕ ਜਾਚੇ ਭਸਮਤੀ, ਕਹਿੰਦੇ ਜਿਹੜੇ ਇਹ ਟੁਕੜਾ ਹੈ ਧਰਤੀ ਦਾ, ਅੰਡ ਟੂਕ ਗੋਲ, ਜਾਚੇ ਭਸਮਤੀ ਕਹਿੰਦੇ ਚੁੱਲ੍ਹਾ, ਕਹਿੰਦੇ ਧਰਤੀ ਜਿਹੜੀ ਹੈ ਚੁੱਲ੍ਹਾ ਹੈ ਮਾਲਕ ਦਾ, ਜਿਹਦੇ ਵਿੱਚੋਂ ਸਾਰੇ ਖਾਈ ਜਾ ਰਹੇ ਇਸੇ ਚੁੱਲ੍ਹੇ ਤੋਂ। ਸੋ ਐਸਾ ਰਾਜਾ ਤਿਰਭੁਵਨ ਪਤੀ, ਇਹ ਜਿਹਾ ਉਹ ਰਾਜਾ ਹੈਗਾ ਤਿੰਨਾਂ ਭਵਨਾਂ ਦਾ ਮਾਲਕ। ਅਗਲਾ ਵੀ ਲੈ ਲੈਂਦੇ ਆ। ਜਾਚੇ ਘਰੇ ਕੂਰਮਾ ਪਾਲ ਸਹਸਤਰ ਫਨੀ ਬਾਸਕ ਸੇਜੂਆਲਾ, ਕਹਿੰਦੇ ਉਸ ਮਾਲਕ ਪਰਮਾਤਮਾ ਦੇ ਘਰ ਵਿਸ਼ਨੂੰ ਜਿਹੜਾ ਹੈਗਾ, ਉਹ ਵਿਸ਼ਨੂੰ ਕਹਿੰਦੇ ਆ ਇਹ ਜਿਹੜਾ ਹੈਗਾ ਉਹਦੇ ਕੱਛੂ ਕੁੰਮੇ ਦਾ ਰੂਪ ਧਾਰ ਕੇ, ਵਿਸ਼ਨੂੰ ਦਾ ਇੱਕ ਰੂਪ ਜਿਹੜਾ ਕੂਰਮਾ ਵੀ ਕਹਿੰਦੇ ਆ ਵਿਸ਼ਨੂੰ ਦਾ ਰੂਪ। ਕਹਿੰਦੇ ਉਹਦੀ ਪਾਲ ਜਿਹੜੀ, ਉਹਦੀ ਪਿੱਠ ਜਿਹੜੀ ਹੈਗੀ ਆ, ਉਹ ਮਾਲਕ ਪਰਮਾਤਮਾ ਦਾ ਉਹਦਾ ਪਲੰਗ ਹੈਗੀ ਆ। ਪਾਲ ਮਤਲਬ ਪਲੰਗ। ਜਾਂਚੇ ਕਰੇ ਕੂਰਮਾ ਪਾਲ ਸਹਸਤਰ ਫਨੀ ਵਾਸਕ ਸੇਜੂਆਲਾ, ਔਰ 1000 ਫਣਾਂ ਵਾਲਾ ਜਿਹੜਾ ਸ਼ੇਸ਼ਨਾਗ ਹੈਗਾ, ਉਹ ਉਹਦੀਆਂ ਜਿਹੜੀਆਂ ਹੈਗੀਆਂ ਉਹਦੀਆਂ ਤਾਣੀਆਂ ਹੈਗੀਆਂ, ਉਹ ਪਲੰਗ ਦੀਆਂ।
18 ਭਾਰ ਬਨਸਪਤੀ ਔਰ ਜਿਹੜੀ ਜਿੰਨੀ ਵੀ ਵੈਜੀਟੇਸ਼ਨ ਹੈਗੀ ਆ ਇਹਨੂੰ 18 ਭਾਰ ਕਹਿੰਦੀ ਹੈ ਬਾਣੀ। ਬਾਰ-ਬਾਰ ਆਉਂਦਾ 18 ਭਾਰ। ਇਹਦਾ ਵਜਨ ਕਰ ਲਿਆ ਜਾਏ ਇੱਕ ਇੱਕ ਪੱਤੇ ਦਾ ਸਾਰਾ ਲੈ ਕੇ ਜਿੰਨਾ ਟੋਟਲ ਆ ਉਹ ਕਹਿੰਦੇ ਸਾਰੇ ਕਹਿੰਦੇ 18 ਭਾਰ ਬਨਸਪਤੀ। ਇਹ ਮਾਲਣੀ ਹੈਗੀ, ਮਾਲਣ ਹੈਗੀ ਆ ਭਾਈ। 96 ਕਰੋੜੀ ਮੇਘ ਮਾਲਾ ਪਾਣੀ ਹਾਰੀਆ। ਔਰ ਇਹ ਜਿਹੜੀ 96 ਕਰੋੜ ਜਿਹੜੇ ਮੇਘ ਹੈਗੇ, ਮੇਘ ਮਾਲਾ ਬੱਦਲ, ਇਹ ਪਾਣੀ ਲਿਆਉਂਦੇ ਆ ਭਾਈ। ਪਰਮਾਤਮਾ ਦਾ ਪਾਣੀ ਭਰਨ ਵਾਲੇ ਹੈਗੇ, ਪਾਣੀ ਹਾਰ। ਨੱਕ ਪਰਸੇਵ ਜਾਚੇ ਸੁਰਸਰੀ। ਔਰ ਨਦੀਆਂ ਜਿਹੜੀਆਂ ਹੈਗੀਆਂ ਕੀ ਹੈਗੀਆਂ ਕਹਿੰਦੇ ਨਹੁੰ ਤੋਂ ਜਿਵੇਂ ਜਿਹੜਾ ਹੈਗਾ ਪਸੀਨਾ ਆ ਰਿਹਾ ਹੋਵੇ ਮਾਲਕ ਦੇ ਨਹੁੰ ਤੋਂ, ਕਹਿੰਦੇ ਉਹ ਉਨੀਆਂ ਕੀ ਹੈ, ਉਹਨਾਂ ਦੀ ਵੈਲਿਊ ਉਨੀ ਕੀ ਹੈਗੀ। ਸੁਰਸਰੀ ਕਹਿੰਦੇ ਆ ਗੰਗਾ। ਸਪਤ ਸਮੁੰਦ ਜਾਚੇ ਕੜਥਲੀ। ਕਹਿੰਦੇ 7 ਸਮੁੰਦਰ ਧਰਤੀ ਦੇ ਉੱਤੇ ਜਿਹੜੇ ਹੈਗੇ ਇਹ ਉਹਦੇ ਘੜੇ ਹੈਗੇ ਭਾਈ, ਪਾਣੀ ਸਟੋਰ ਕਰਨ ਵਾਲੇ। ਐਸਾ ਮਾਲਕ ਪਰਮਾਤਮਾ ਹੈਗਾ, ਦੇਖ ਲਓ। ਇਹਤੇ ਜੀ ਜਾਚੇ ਵਰਤਣੀ। ਇੰਨੇ ਜੀ ਜਿਹੜੇ ਹੈਗੇ ਮਾਲਕ ਪਰਮਾਤਮਾ ਦੇ ਵਰਤਣੀ ਭਾਂਡੇ ਹੈਗੇ ਭਾਈ। ਇੰਨੇ ਭਾਂਡੇ, ਇੰਨੇ ਜੀਵ ਵਰਤਦੇ ਆ। ਇਹਤੇ ਜੀ ਜਾਚੇ ਵਰਤਣੀ। ਸੋ ਐਸਾ ਰਾਜਾ ਤਿਰ ਭਵਨ ਧਣੀ। ਇਹੋ ਜਿਹਾ ਮਾਲਕ ਪਰਮਾਤਮਾ ਹੈਗਾ, ਤਿੰਨਾਂ ਭਵਨਾਂ ਦਾ ਧਣੀ ਉਹ ਮਾਲਕ ਪਰਮਾਤਮਾ। ਹੁਣ ਆਖਰੀ ਜਿਹੜੀ ਹੈਗੀ ਆ ਉਹਦੇ ਵਿੱਚ ਦੱਸ ਰਹੇ ਭਗਤਾਂ ਦੇ ਬਾਰੇ ਗਿਆਨ ਦੇ ਰਹੇ। ਜਾਂਚੇ ਕਰੇ ਨਿਕਟ ਵਰਤੀ। ਇਹ ਨੇੜੇ ਆ ਮਾਲਕ ਪਰਮਾਤਮਾ ਦੇ। ਅਰਜੁਨ, ਧਰੂ, ਪ੍ਰਹਲਾਦ, ਅੰਬਰੀਕ, ਨਾਰਦ, ਨੇਜੇ ਕਹਿੰਦੇ ਆ ਇਹ ਜਿਹੜੇ ਹੈਗੇ ਸਾਧੂ ਲੋਕ, ਜਿਹੜੇ ਮੁਨੀ ਲੋਕ ਜਿਹੜੇ ਹੈਗੇ ਨੇਜੇ। ਇੱਕ ਨੇਜਾ ਜਿਹੜਾ ਹੈਗਾ ਸੰਤ ਵੀ ਹੋਇਆ ਕਹਿੰਦੇ, ਉਹਦੇ ਵਰਗੇ ਜਿਹੜੇ ਹੈਗੇ ਸਿੱਧ ਲੋਕੀ। ਬੁੱਧੀਮਾਨ ਜਿਹੜੇ ਹੈ ਜਿਨ੍ਹਾਂ ਦੇ ਕੋਲ ਵਿਵੇਕ ਬੁੱਧੀ ਹੈਗੀ ਆ। ਕਿਉਂਕਿ ਇੱਥੇ ਬੁੱਧ ਜਿਹੜਾ ਹੈਗਾ ਔਂਕੜ ਨਹੀਂ ਲੱਗੀ, ਗੌਤਮ ਬੁੱਧ ਦੀ ਗੱਲ ਨਹੀਂ ਹੋ ਰਹੀ। ਗਣ ਗੰਧਰਵ 92 ਹੇਲਾ। ਇੰਨੇ ਜਿਹੜੇ ਹੈਗੇ ਗਣ ਸੇਵਕ ਗਣ ਹੈਗੇ ਆ ਦੇਵਤਿਆਂ ਦੇ। ਗੰਧਰਵ ਕਹਿੰਦੇ ਆ ਗਵਈਏ। 92 ਕਹਿੰਦੇ 52 ਜਿਹੜੇ ਹੈਗੇ ਵੀਰ ਹੈਗੇ ਆ। ਹੇਲਾ ਮਤਲਬ ਹੈਗੇ ਆ। ਇਹਤੇ ਜੀ ਜਾਂਚੇ ਹੈ ਘਰੀ। ਇੰਨੇ ਜੀਵ ਕਹਿੰਦੇ ਆ ਉਸ ਮਾਲਕ ਪਰਮਾਤਮਾ ਦੇ ਉੱਪਰ ਦੱਸਿਆ ਆ। ਉਹਦੇ ਘਰ ਦੇ ਵਿੱਚ ਜਿਹੜੇ ਭਗਤ ਜੀ ਨੇ ਗਣਾਏ ਆਪਾਂ ਨੂੰ, ਦੇਵਤੇ ਵੀ ਤੇ ਸਾਰੇ ਦੇ ਸਾਰੇ, ਧਰਤੀ ਆਕਾਸ਼ ਪਤਾਲ ਸਾਰੇ, ਮਾਇਆ ਔਰ ਸਾਰੇ ਭਗਤ। ਇਹਤੇ ਜੀ ਜਾਂਚੇ ਹੈ ਘਰੀ। ਸਰਵ ਵਿਆਪਕ ਅੰਤਰ ਹਰੀ। ਉਹ ਮਾਲਕ ਪਰਮਾਤਮਾ ਹਰ ਜਗ੍ਹਾ ਤੇ ਵਿਆਪਕ ਆ ਔਰ ਹਰੇਕ ਦੇ ਅੰਦਰ ਹੈਗਾ ਉਹ ਮਾਲਕ ਪਰਮਾਤਮਾ। ਪੜ੍ਹਵੈ ਨਾਮ ਦਿਓ ਤਾਂਚੀ ਆਣ। ਨਾਮਦੇਵ ਜੀ ਬੇਨਤੀ ਕਰ ਰਿਹਾ ਕਿ ਮੈਂ ਉਸ ਮਾਲਕ ਪਰਮਾਤਮਾ ਦਾ ਆਣ ਆ ਮੇਰੇ ਕੋਲ, ਉਹਦਾ ਸ਼ੈਲਟਰ ਆ ਮੇਰੇ ਕੋਲ। ਮੈਂ ਉਹਦੇ ਜਿਹੜੇ ਹੈਗੇ ਆ ਉਹਦੀ ਛਤਰ ਛਾਇਆ ਦੇ ਹੇਠ ਹੈਗਾ ਆ। ਪੜ੍ਹਵੈ ਨਾਮ ਦਿਓ ਤਾਚੀ ਆਣ। ਸਗਲ ਭਗਤ ਜਾਚੇ ਨਿਸ਼ਾਨ। ਸਾਰੇ ਦੇ ਸਾਰੇ ਭਗਤ ਜਿਹੜੇ ਹੈਗੇ ਆ ਉਸ ਮਾਲਕ ਪਰਮਾਤਮਾ ਦੇ ਝੰਡੇ ਦੇ ਥੱਲੇ ਹੈਗੇ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਸਾਰਾ ਕੁਝ ਹੈਗਾ ਉਹ ਪਰਮਾਤਮਾ ਦੇ ਅੰਦਰ ਹੀ ਹੈ। ਹਾਂ। ਤੇ ਪਰਮਾਤਮਾ ਫਿਰ ਕੋਈ ਏਦਾਂ ਦੀ ਸਤਾ ਨਹੀਂ ਆ ਕਿ ਜਿਹੜੀ ਇਹਦੇ ਵੱਖਰੇ 7ਵੇਂ ਅਸਮਾਨ 'ਚ ਬੈਠੀ ਹੈ। ਜਿੱਦਾਂ ਇੱਕ ਪ੍ਰਚਾਰ ਕੀਤਾ ਜਾਂਦਾ ਹੈ, ਲੋਕ ਕਹਿ ਦਿੰਦੇ ਆ ਕਿ ਪਰਮਾਤਮਾ ਕਿਤੇ ਬੈਠਾ, ਤੁਹਾਨੂੰ ਉੱਥੇ ਲੈ ਕੇ ਜਾਣਾ ਪਊਗਾ। ਅਸਲ 'ਚ ਬੈਠਾ ਤੇ ਕਿਤੇ ਨਹੀਂ ਆ। ਉਹ ਸਰਵ ਵਿਆਪਕ ਇੱਕ ਸ਼ਕਤੀ ਹੈ, ਕੋਈ ਬੰਦਾ ਨਹੀਂ ਆ, ਕੋਈ ਬੁੱਢੀ ਨਹੀਂ ਹੈ। ਉਹ ਤੇ ਇੱਕ ਪਾਵਰ ਹੈ ਜਿਹਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਔਰ ਇਸ ਜਗਤ ਨੂੰ ਦੇਖ ਰਿਹਾ। ਔਰ ਜੀਵ ਜਿਹੜਾ ਹੈ, ਜੀਵ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜੀਵ ਆਪਣੀ ਮਰਜ਼ੀ ਨਾਲ ਗਤੀ ਕਰ ਰਿਹਾ ਨਿੱਜਰ ਸਾਹਿਬ। ਬਿਲਕੁਲ ਸਹੀ, ਬਿਲਕੁਲ। ਪਰ ਹੈ ਉਹਦੇ ਸਿਸਟਮ ਦੇ ਵਿੱਚ ਆ। ਉਹਨੇ ਜੋ ਸਿਸਟਮ ਬਣਾਇਆ ਉਹਦੇ ਵਿੱਚ ਹੀ ਗਤੀ ਕਰ ਸਕਦੇ ਆ ਆਪਾਂ। ਹਾਂ ਨਿੱਜਰ ਸਾਹਿਬ, ਪਰ ਕਰ ਤੇ ਸਕਦੇ ਹਾਂ। ਪਰ ਜਿਹੜਾ ਕਰਮ ਰੂਪੀ ਕਰਮ ਕਰਦੇ ਆ ਨਾ, ਉਹਦੇ ਵਿੱਚ ਜੀਵ ਦੀ ਇੰਟਰਫੇਰੈਂਸ ਕਿਸੇ ਦੀ ਨਹੀਂ ਹੈਗੀ। ਨਹੀਂ ਹੈਗੀ ਬਿਲਕੁਲ। ਹਾਂ, ਇੰਡੀਪੈਂਡੈਂਟ ਹੈਗੇ। ਪਰ ਇਹ ਆ ਕਿ ਇਹ ਸਾਡੀ ਆਪਣੀ ਮਰਜ਼ੀ ਹੈ। ਕਿਉਂਕਿ ਇਹ ਜਿਹੜਾ, ਇਸੇ ਲਈ ਆਪਾਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਜੇ ਕੋਈ ਡੁੱਬ ਰਿਹਾ ਨਾ ਤੇ ਇਹ ਨਾ ਹੋਵੇ ਕਿ ਉਹਦੇ ਵੱਲ ਵੇਖ ਕੇ ਆਪਾਂ ਵੀ ਡੁੱਬ ਜਾਈਏ। ਕਿਉਂਕਿ ਦੋ ਹੀ ਰਸਤੇ ਆ, ਇੱਕ ਡੁੱਬਣ ਦਾ ਰਸਤਾ, ਇੱਕ ਤਰਨ ਦਾ ਰਸਤਾ ਹੈਗਾ। ਮਰਜ਼ੀ ਆਪਣੀ ਹੈਗੀ। ਹਾਂ, ਪਰ ਆਪਾਂ ਲੋਕ ਕਹਿੰਦੇ ਵੇਖੋ ਕਿੱਦਾਂ ਵੇ ਬੇਈਮਾਨੀ ਕਰਦਾ ਤੇ ਕਿੱਦਾਂ ਤਾਂ ਚੜ੍ਹਦਿਆ।
ਅੱਜ ਨਾ ਮੇਰਾ ਦੋਸਤ ਮੇਰੇ ਘਰੇ ਆਇਆ ਤੇ ਕੁਝ ਸਾਲ ਪਹਿਲਾਂ ਨਾ ਉਹਦੇ ਪਿੰਡੋਂ ਇੱਕ ਮੁੰਡਾ ਬਾਹਰੋਂ ਆਇਆ। ਉਹਨੇ ਨਾ ਬਹੁਤ ਜ਼ਿਆਦਾ ਪੈਸਾ ਕਮਾ ਲਿਆ। ਇੱਕੋ ਦਿਨ ਉਹਨੇ 26 ਕਿੱਲੇ 25-26 ਕਿੱਲੇ ਪੈਲੀ ਖਰੀਦੀ ਨਿੱਜਰ ਸਾਹਿਬ ਬੰਦੇ। ਕਾਫੀ ਵੱਡੀ ਗੱਲ ਸੀ। ਹੁਣ ਅੱਜ ਮੈਂ ਉਹਨੂੰ ਕਿਹਾ, ਮੈਂ ਉਹਦਾ ਕੀ ਹਾਲ ਈ? ਕਹਿੰਦਾ ਵੀਰ ਜੀ ਉਹ ਬੰਦਾ ਨਾ ਪਤਾ ਨਹੀਂ ਕਿੰਨਾ ਨਸ਼ਾ ਕਰ ਰਿਹਾ ਨਿੱਜਰ ਸਾਹਿਬ ਅੱਜ। ਇਹ ਤਾਂ ਕਿੱਥੋਂ ਪੈਸਾ ਲਾਇਆ ਚੁੱਕ ਕੇ? ਉਹ ਮਾੜੇ ਤਰੀਕੇ ਨਾਲ ਕਮਾਇਆ ਸੀ। 25-26 ਕਿੱਲੇ ਪੈਲੀ ਇੱਕਦਮ ਕਿੱਥੋਂ ਆ ਜਾਣੀ? ਮਤਲਬ ਕਹਿਣ ਤੋਂ ਭਾਵ ਹੈ ਕਿ ਮੈਂ ਜਿੱਥੇ ਤੱਕ ਇਹ ਸੋਚਦਾ ਕਿ ਜੇਕਰ ਬੰਦਾ ਇੱਧਰ ਉੱਧਰ ਗਲਤ ਤਰੀਕੇ ਨਾਲ ਕੁਝ ਇਕੱਠੀ ਵੀ ਕਰਦਾ ਹੈ ਤਾਂ ਉਹਦਾ ਜੀਵਨ ਏਡਾ ਵਧੀਆ ਨਹੀਂ ਆ। ਇਸ ਕਰਕੇ ਹਮੇਸ਼ਾ ਹੀ ਆਪਣੀ ਜਿਹੜੀ ਤੁਹਾਡੀ ਸੱਚੀ ਸੁੱਚੀ ਕਮਾਈ ਉੱਥੇ ਆਪਣਾ ਜੀਵਨ ਬਤੀਤ ਕਰੋ, ਨਾ ਭੱਜੋ। ਕਿਉਂਕਿ ਸੁੱਖ ਜਿਹੜਾ ਹੈ ਉਹ ਤੁਹਾਡੀ ਆਤਮਾ ਦੇ ਅੰਦਰ ਹੈ। ਇਹ ਆਪਣੇ ਗੁਰੂ ਵੇਖੋ, ਇਹਨਾਂ ਨੇ ਸਾਰਿਆਂ ਨੇ ਉਸ ਆਤਮਾ ਤੱਤ ਦੀ ਕੀਮਤ ਜਿਹੜੀ ਨਾ ਸਾਂਭ ਕੇ ਰੱਖੀ। ਉਹ ਸਾਨੂੰ ਵੀ ਇਹੋ ਹੀ ਕਹਿੰਦੇ ਕਿ ਇਹਨੂੰ ਨਾ ਵੇਚਦੇ ਕਦੇ। ਕਿਉਂਕਿ ਜਦੋਂ ਆਪਾਂ ਇਮਾਨਦਾਰੀ ਤੋਂ ਦੂਰ ਹੋ ਜਾਂਦੇ ਹਾਂ, ਜਦੋਂ ਵਫਾਦਾਰੀ ਤੋਂ ਦੂਰ ਹੋ ਜਾਂਦੇ ਹਾਂ, ਜਦੋਂ ਸੱਚ ਤੋਂ ਆਪਾਂ ਦੂਰ ਹੋ ਜਾਂਦੇ ਹਾਂ, ਫਿਰ ਜੀਵਨ ਕਾਹਦਾ ਰਹਿ ਗਿਆ? ਫਿਰ ਤੇ ਬਹੁਤ ਘਟੀਆ ਜੀਵਨ ਹੈ। ਕੇਵਲ ਆਪਣੇ ਬਾਰੇ, ਆਪਣਾ ਸੁੱਖ, ਉਹ ਚ ਕੀ ਮਿਲੂਗਾ? ਉਹ ਚ ਕੋਈ ਵਧੀਆ ਜੀਵਨ ਤੇ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦਾ। ਤੋ ਇਹੋ ਹੀ ਹੈ, ਭਗਤੀ ਕਹਿੰਦੀ ਹੈ ਕਿ ਤੂੰ ਭਗਤੀ ਕਰ ਲਾ ਤੇ ਅੱਜ ਜੇ ਤੇਰੇ ਅੰਦਰ ਕੋਈ ਬੁਰਾਈ ਵੀ ਹੈਗੀ ਹੈ ਤੇ ਤੂੰ ਉਹਨੂੰ ਛੋਟਾ ਕਰ ਸਕਦਾ, ਖਤਮ ਵੀ ਕਰ ਸਕਦਾ। ਜਿੱਦਾਂ ਦਵਾਈ ਖਾਣ ਦੇ ਨਾਲ ਬਿਮਾਰੀ ਖਤਮ ਹੋ ਜਾਂਦੀ ਨਾ, ਉਸੇ ਹੀ ਤਰ੍ਹਾਂ ਤੇਰੇ ਜਿਹੜੇ ਔਗਣ ਆ, ਜਿਹੜੀਆਂ ਇਹ ਬਿਮਾਰੀਆਂ ਨੇ, ਅਸਲ ਚ ਔਗਣ ਨਹੀਂ ਹੈਗੇ, ਬਿਮਾਰੀਆਂ, ਤੇ ਨਾਮ ਰੂਪੀ ਦਵਾਈ ਖਾਈ ਜਾ। ਹੌਲੀ ਹੌਲੀ ਕਰਕੇ ਇਹਨਾਂ ਦਾ ਪ੍ਰਭਾਵ ਤੇਰੇ ਤੋਂ ਖਤਮ ਹੋ ਜਾਏ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਜੀ, ਬਹੁਤ ਵਧੀਆ। ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਹਾਂਜੀ ਬਿਲਕੁਲ। ਇੱਕ ਅਰਦਾਸ ਕਰ ਦੇਣਾ ਗੁਰਕੀ ਸਾਹਿਬ। ਇੱਕ ਜਿਹੜੇ ਹੈਗੇ ਵੀਰ ਜਿਹੜੇ ਹੈਗੇ ਉਹ ਚਾਹੁੰਦੇ ਸੀਗੇ ਕਿ ਵੀ ਧਿਆਨ ਦੇ ਵਿੱਚ ਬਲ ਜਿਹੜਾ ਹੈਗਾ ਉਹਨਾਂ ਦਾ ਮਨ ਲੱਗੇ। ਪਹਿਲਾਂ ਥੋੜ੍ਹਾ ਜਿਹਾ ਸੀਗਾ, ਹੁਣ ਥੋੜ੍ਹਾ ਜਿਹਾ ਬਿਮਾਰ ਹੋ ਗਏ ਸੀਗੇ ਤੇ ਹੁਣ ਦੁਬਾਰਾ ਫਿਰ ਜਿਹੜੇ ਚਾਹੁੰਦੇ ਆ ਕਿ ਮਾਲਕ ਮਿਹਰ ਕਰੇ। ਹਾਂਜੀ ਠੀਕ ਹੈ ਜੀ, ਠੀਕ ਹੈ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ਬਦ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਬਾਣੀ ਪੜ੍ਹੀ ਦਾ ਭਾਵ ਸੰਗਤਾਂ ਦੇ ਹਿਰਦੇ ਚ ਵਸਾਉਣਾ। ਨਾਮਦਾਨ ਬਖਸ਼ਣਾ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ। ਇੱਕ ਭੈਣ ਜੀ ਆਪਣੇ ਰਿਸ਼ਤੇਦਾਰ ਔਰਤ ਨੇ, ਉਹਨਾਂ ਨੂੰ ਸੱਟ ਲੱਗ ਗਈ ਆ, ਉਹਦੀ ਤੰਦਰੁਸਤੀ ਦੇ ਲਈ ਅਰਦਾਸ ਕਰਾਉਂਦੇ। ਮੇਰੇ ਪਿਤਾ ਆਪ ਜਾਨੀ ਜਾਣ ਜੋ ਉਹਨਾਂ ਨੂੰ ਇਸ ਕਸ਼ਟ ਤੋਂ ਮੁਕਤ ਕਰੋ। ਇੱਕ ਹੋਰ ਅਰਦਾਸ ਆਈ ਹੈ, ਮੇਰੇ ਪਿਤਾ ਕਹਿੰਦੇ ਧਿਆਨ ਸਿਮਰਨ ਦੇ ਵਿੱਚ ਉਹਨਾਂ ਦਾ ਮਨ ਲੱਗੇ। ਇਹ ਅਰਦਾਸ ਆਪ ਜ਼ਰੂਰ ਸਵੀਕਾਰ ਕਰੋ। ਮੇਰੇ ਮਾਲਿਕ ਉਹਨਾਂ ਦਾ ਮਨ ਨੂੰ ਸ਼ਾਂਤੀ ਬਖਸ਼ੋ ਤਾਂ ਜੋ ਬੰਦਗੀ ਚ ਅੱਗੇ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਸੰਗਤ ਜੀ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।